जह जह देखा तै ज्योत तुम्हारी, तेरा रूप कन्हा इकत रूप फिरे परशना, कोई न किसी जिहा। तेरे गुण बहुते मैं एक न जानिया, मैं मूर्ख किछ दिजै, प्रणवत नानक सुन मेरे साहिबा, डुबदा पत्थर लीजै, प्रणवत नानक सुन मेरे साहिबा, डुबदा पत्थर लीजै। ਜੀਵਨ ਕਾਲ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇਸ ਮਨ ਨੂੰ ਜੋੜਨ ਦਾ ਉਪਰਾਲਾ ਕਰਨ ਵਾਲੇ ਗੁਰਮੁਖ ਪਿਆਰਿਓ, ਬੜਾ ਸਮਾਂ ਤੇਜ਼ੀ ਦੇ ਵਿੱਚ ਭੱਜਦਾ ਜਾ ਰਿਹਾ ਹੈ, ਪਰ ਫਿਰ ਵੀ ਆਪ ਭਾਗਾਂ ਵਾਲੇ ਹੋ ਜਿਹੜੇ ਇਸ ਸਾਰੇ ਰੁਝੇਵਿਆਂ ਨੂੰ ਛੱਡ ਕੇ ਸਾਡਾ ਸਾਥ ਦਿੰਦੇ ਹੋ, ਅਸੀਸਾਂ ਦਿੰਦੇ ਹੋ। आओ हाजरी प्रवान करो। वाहिगुरु जी का खालसा, वाहिगुरु जी की फतेह। निरंकार सच्चे पातशाह जी जिस वेले संसार नूं उपदेश दे रहे ने, नाम दा ज्ञान बख्शिश कर रहे हैं, भरमां दे विचों मन नूं कढ के एक अकाल पुरख दे नाल जोड़ दे। एक जगह के उत्ते सतगुर सच्चे पातशाह जी बैठे हुए ने, उत्थे कुछ संगत सतगुर सच्चे पातशाह दे कोल आई, आखण लगे सतगुर जी बहुत मन का बड़ा ज्ञान तुसीं दिंदे हो, पर मन का ना कोई रूप है, ना कोई रंग है, ना इहदी कोई बनतर है, ते ना इहदी कोई होंद है, पर फिर भी तुसीं बार बार नाम का ही ज्ञान दिंदे हो। किरपा करो ये नाम नूं, नाम का खुलासा करो, ये नाम है की है कि सानू संसारी जीव जिन्हां दी मत थोड़ी है उन्हां नूं पता लग जाए। सतगुर सच्चे पातशाह जी ये मन की है। इत्थे वे धन गुरु नानक निरंकार महाराज सच्चे पातशाह जी दीन दुनिया दे मालिक इस मन का ज्ञान देण वास्ते इस शब्द नूं उचारण करते हन। आसा महला पहला, मन मैगल साकत देवाना, बन खंड माया मोहे हैराना। ये भाई जेड़ा मन है ये तां मैगल है, मैगल कहंदे ने हाथी नूं। ये हाथी दी न्याई है बहुत तगड़ा। हाथी सारे जानवरों के विचों मन्निया परवानिया ताकतवर हाथी है। शेर, चीते होर भी जिहड़े जंगली जानवर ने वो हाथी दे कोलों डरदे ने। कहंदे ये जिहड़ा मन है ये भाई हाथी दी न्याई है ते साकत भुलिया होया, राह तो विराहे पिया होया। ये दीवाना बन के झल्ला बन के जंगल दे विच जिस तरह घुम रहा हुंदा है हाथी, इसे तरह ये संसार दे उत्ते घुम रहा है। वन खंड माया मोहे हैराना। हाथी जंगलों दे विच घुमण डिया। ये जिहड़ा संसार दा माया दा रूप संसार है, इहदे विच मन जिहड़ा है ये हर जगह दे उत्ते घुमदा फिरदा, नठा भज्जा फिरदा है। इस नूं किते भी टिका नहीं। इस करके मैनूं बहुत इहदी हैरानगी हुंदी है। इत उत जाहे काल के चापे, गुरमुख खोज लह कर आपे। इधर उधर भजदा ही रहिंदा है, जिधर नूं देखो उधर नूं ही भजदा रहिंदा है। ते जिहड़े गुरमुख हुंदे ने ਉਹ ਫਿਰ ਉਸ ਦਾ ਉਹਨਾਂ ਨੂੰ ਗਿਆਨ ਹੋ ਜਾਂਦਾ ਹੈ। ਗਿਆਨ ਹੋਣ ਕਾਰਨ ਕਰਕੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੁੜ ਜਾਂਦੇ ਨੇ ਤੇ ਉਹ ਇਸ ਨੂੰ ਖੋਜ ਲੈਂਦੇ ਨੇ।
ਤੇ ਇਹਨੂੰ ਟਿਕਾ ਦੇ ਵਿੱਚ ਲੈ ਕੇ ਆ ਜਾਂਦੇ ਨੇ। ਕਹਿੰਦੇ ਨੇ ਵੀ ਹਰ ਇੱਕ ਚੀਜ਼ ਦੀ ਸਪੀਡ ਮਾਪੀ ਗਈ ਹੈ, ਵੀ ਜਿਹੜੀ ਸੂਰਜ ਤੋਂ ਕਿਰਨ ਆਉਂਦੀ ਆ ਕਿੰਨੇ ਲੱਖਾਂ ਮੀਲ ਸਕਿੰਟ ਦੇ ਵਿੱਚ ਭੱਜ ਕੇ ਇਹ ਸੰਸਾਰ ਤੇ ਪਹੁੰਚਦੀ ਹੈ। ਇਹ ਜਿਹੜੀ ਆਵਾਜ਼ ਹੈ ਇਹ ਕਿੰਨੇ ਹਜ਼ਾਰਾਂ ਮੀਲ ਇੱਕ ਸਕਿੰਟ ਦੇ ਵਿੱਚ ਭੱਜਦੀ ਹੈ। ਇਸੇ ਤਰ੍ਹਾਂ ਜਿਹੜੀ ਹਵਾ ਹੈ, ਹੋਰ ਚੀਜ਼ਾਂ ਜਿਹੜੀਆਂ ਇਹਨਾਂ ਸਾਰਿਆਂ ਦੀ ਬਣੀ ਗਈ। ਤੇ ਕਿਸੇ ਨੇ ਮਨ ਦੀ ਵੀ ਸਪੀਡ ਲਿਖਣ ਦੀ ਕੋਸ਼ਿਸ਼ ਕੀਤੀ, ਪਰ ਨਿਰੰਕਾਰ ਜੀ ਨੇ ਉਹ ਖੰਡਨ ਕਰ ਦਿੱਤੀ। ਕਹਿੰਦੇ ਇਹ ਜਿਹੜਾ ਮਨ ਹੈ ਇਹਦੀ ਸਪੀਡ ਤਾਂ ਇੰਨੀ ਆ ਕਿ ਇਹ ਅੱਖ ਝਮਕਣ ਦੇ ਸਮੇਂ ਦੇ ਵਿੱਚ ਚਾਰੇ ਕੁੰਟਾਂ ਦੇ ਵਿੱਚ ਘੁੰਮ ਕੇ ਆ ਜਾਂਦਾ, ਇੰਨੀ ਇਹਦੀ ਸਪੀਡ ਹੈ ਭਾਈ। ਇਸ ਕਰਕੇ ਇੰਨਾ ਇਹ ਚੰਚਲ ਹੈ, ਚੰਚਲਤਾਈ ਦੇ ਵਿੱਚ ਹੀ ਤੁਰਿਆ ਫਿਰਦਾ ਰਹਿੰਦਾ ਹੈ। ਜਿਹੜੇ ਗੁਰਮੁਖ ਨੇ ਉਹ ਫਿਰ ਇਸ ਮਨ ਨੂੰ ਖੋਜ ਲੈਂਦੇ ਨੇ, ਉਹ ਨਿਰੰਕਾਰ ਦੇ ਨਾਮ ਦੀ ਕਿਰਪਾ ਦੇ ਨਾਲ ਇਸ ਮਨ ਨੂੰ ਟਿਕਾ ਦੇ ਵਿੱਚ ਲਿਆ ਕੇ ਸਹੀ ਘਰ ਸਰੂਪ ਦੇ ਵਿੱਚ ਉਸ ਨੂੰ ਆਣ ਕੇ ਬਹਿਣ ਦਾ ਗਿਆਨ ਬਖਸ਼ਿਸ਼ ਕਰਦੇ ਹਨ। ਬਿਨ ਗੁਰ ਸਬਦੈ ਮਨ ਨਹੀਂ ਠੌਰਾ, ਗੁਰੂ ਨਿਰੰਕਾਰ ਦੇ ਸ਼ਬਦ ਤੋਂ ਬਗੈਰ ਇਹ ਮਨ ਟਿਕਾ ਦੇ ਵਿੱਚ ਨਹੀਂ ਆਉਂਦਾ, ਨਾ ਹੀ ਕਾਬੂ ਆਉਂਦਾ ਭਾਈ। ਸਿਮਰੋ ਰਾਮ ਨਾਮ ਅਤ ਨਿਰਮਲ, ਅਵਰ ਤਿਆਗੋ ਹਉਮੈ ਕੌਰਾ। ਇਹ ਮਨ ਜਿਹੜਾ ਹੈ ਮੁਗਧ ਹੈ। ਮੁਗਧ ਕਹਿੰਦੇ ਨੇ ਜਿਹੜਾ ਚੰਚਲ ਹੋਵੇ, ਜਿਹੜੀ ਮਤ ਥੋੜੀ ਹੋਵੇ। ਕਹਿੰਦੇ ਇਹ ਮਨ ਮੁਗਧ ਕਹੋ ਕਿਸ ਨੇ, ਸਿਮਰੋ ਰਾਮ ਨਾਮ ਅਤ ਨਿਰਮਲ। ਵਾਹਿਗੁਰੂ ਤੂੰ ਹੀ ਤੂੰ ਹੈ। ਸਿਮਰੋ ਰਾਮ ਨਾਮ, ਜੇ ਤੁਸੀਂ ਇਸ ਮਨ ਨੂੰ ਕਾਬੂ ਕਰਨਾ, ਇਸ ਮਨ ਦੀ ਜਿਹੜੀ ਦੌੜ ਭੱਜ ਹੈ ਉਸ ਨੂੰ ਖਤਮ ਕਰਨਾ ਆਪ ਜੀ ਨੇ। ਕਹਿੰਦੇ ਫਿਰ ਇਸ ਤਰ੍ਹਾਂ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜਿਹੜਾ ਸ਼ਬਦ ਵਿੱਚ ਹੋਇਆ ਰਮਿਆ ਹੋਇਆ ਨਾਮ ਹੈ, ਜਿਹਦਾ ਨਾਮ ਅਤ ਨਿਰਮਲ ਹੈ, ਉਸ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਵੋ। ਤੇ ਜਦੋਂ ਤੁਸੀਂ ਇਸ ਵਾਹਿਗੁਰੂ ਦਾ ਨਾਮ ਦਾ ਸਿਮਰਨ ਕਰੋਗੇ, ਇਹ ਮਨ ਜਿਹੜਾ ਨਾ ਉਹਦੇ ਵਿੱਚ ਰੰਗਿਆ ਜਾਵੇਗਾ। ਅਵਰ ਤਿਆਗੋ, ਹੋਰ ਸਾਰੇ ਪਦਾਰਥਾਂ ਦੀ ਆਸਾ ਤੇ ਤ੍ਰਿਸ਼ਨਾ ਖਤਮ ਕਰਕੇ ਹਉਮੈ ਨੂੰ ਜ਼ਹਿਰ ਰੂਪੀ ਸਮਝ ਕੇ ਇਸ ਨੂੰ ਦੂਰ ਕਰ ਦੇਵੋ। ਰਹਾਓ ਇਹ ਮਨ ਮੁਗਧ ਕਹੋ ਕਿਉਂ ਰਹਸੀ, ਬਿਨ ਸਮਝੇ ਜਮ ਕਾ ਦੁਖ ਸਹਸੀ। ਇਹ ਮਨ ਜਿਹੜਾ ਇਹ ਮੁਗਧ ਹੈ, ਮੂਰਖ ਹੈ। ਇਹ ਕਿਸੇ ਵੀ ਹੋਰ ਗੁਰੂ ਦੇ ਗਿਆਨ ਤੋਂ ਬਗੈਰ ਹੋਰ ਕਿਸੇ ਵੀ ਉਪਦੇਸ਼ ਦੇ ਨਾਲ ਇਹ ਟਿਕਾਣੇ ਦੇ ਵਿੱਚ ਨਹੀਂ ਆਉਂਦਾ। ਬਿਨ ਸਮਝ, ਕਹਿੰਦੇ ਜਿਸ ਵੇਲੇ ਇਹਨੂੰ ਸਮਝ ਨਹੀਂ ਆਉਂਦੀ ਹੈ, ਕਾਬੂ ਦੇ ਵਿੱਚ ਨਹੀਂ ਆਉਂਦਾ, ਤੇ ਇਹ ਜਮਾਂ ਦਾ ਬੜਾ ਦੁੱਖ ਸਹਾਰਦਾ ਹੈ। ਆਪੇ ਬਖਸ਼ੇ ਸਤਿਗੁਰ ਮੇਲਾ, ਕਾਲ ਕੰਟਕ ਮਾਰੇ ਸੱਚ ਪੇਲਾ। ਜਿਨ੍ਹਾਂ ਗੁਰਮੁਖਾਂ ਨੂੰ, ਜਿਨ੍ਹਾਂ ਦੀ ਵਡਿਆਈ ਪਿਛਲੇ ਅਧਿਆਇ ਦੇ ਵਿੱਚ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪ ਬਖਸ਼ਿਸ਼ ਕੀਤੀ, ਉੱਥੇ ਉਹਨਾਂ ਦੇ ਬਾਰੇ ਗੱਲ ਕਰਦੇ ਨੇ। ਆਪੇ ਬਖਸ਼ੇ ਸਤਿਗੁਰ ਮਲੇ, ਆਪੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਜੀਵ ਨੂੰ ਗਿਆਨ ਦਿੰਦੇ ਨੇ, ਤੇ ਆਪੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਸ ਮਨ ਨੂੰ ਕਾਬੂ ਕਰ ਲੈਂਦੇ ਨੇ, ਮਨ ਨੂੰ ਟਿਕਾ ਦੇ ਵਿੱਚ ਲੈ ਕੇ ਆ ਜਾਂਦੇ ਨੇ। ਔਰ ਇਹ ਜਦੋਂ ਮਨ ਟਿਕਾ ਦੇ ਵਿੱਚ ਆ ਜਾਂਦਾ ਹੈ, ਮਨ ਨਾਮ ਦੇ ਵਿੱਚ ਰਤ ਹੋਣਾ ਸ਼ੁਰੂ ਹੋ ਜਾਂਦਾ, ਰੰਗਣਾ ਸ਼ੁਰੂ ਹੋ ਜਾਂਦਾ ਹੈ ਭਾਈ, ਉਦੋਂ ਫਿਰ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਮੇਲ ਹੋ ਜਾਂਦਾ ਹੈ। ਆਪੇ ਨਿਰੰਕਾਰੀ ਕਿਰਪਾ ਕਰਦੇ ਨੇ। ਕਾਲ ਕੰਟਕ ਮਾਰੇ ਸੱਚ ਪੇਲਾ, ਉਹ ਜਿਹੜੇ ਮਹਾ ਦੁੱਖ ਦੇਣ ਵਾਲੇ ਕਾਲ ਕੰਟਕ, ਦੁੱਖ ਰੋਗ ਜਮਾ ਜਮ, ਜਨਮ ਮਰਨ ਦਾ ਖੇਡ, ਜਿਹੜਾ ਵੱਡੇ ਵੱਡੇ ਦੁੱਖ ਨੇ ਭਾਈ, ਇਹ ਸਾਰੇ ਨਿਰੰਕਾਰ ਵਾਹਿਗੁਰੂ ਜੀ ਇਹਨਾਂ ਸਾਰਿਆਂ ਨੂੰ ਦਬਾ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਪੇਲੇ ਦਾ ਮਤਲਬ ਹੁੰਦਾ ਦੀਵਾਰ ਲਾਣਾ, ਖਤਮ ਕਰ ਦੇਣਾ। ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤਤ ਤੇ ਜਨਮਾ। ਇਹ ਸਲੇਡੇ ਵਾਂਗੂ ਆਏ ਮਨ, ਜਿੱਧਰ ਨੂੰ ਤੁਸੀਂ ਇਹਨੂੰ ਲਾ ਲੋਗੇ ਨਾ ਉਧਰ ਨੂੰ ਇਹ ਲੱਗ ਜਾਂਦਾ। ਕਹਿੰਦੇ ਇਹ ਮਨ ਕਰਮਾ, ਕਰਮ ਕਾਂਡੀਆਂ ਨਾਲ ਮਿਲ ਕੇ ਇਹ ਮਨ ਜਿਹੜਾ ਨਾ ਇਹ ਕਰਮ ਕਾਂਡੀ ਬਣ ਜਾਂਦਾ। ਤਾਂ ਇਹ ਮਨ ਧਰਮਾ, ਧਰਮੀਆਂ ਦੇ ਨਾਲ ਮਿਲ ਕੇ ਇਹ ਮਨ ਧਰਮੀ ਬਣ ਜਾਂਦਾ। ਸੋ ਇਹਦਾ ਆਪਣਾ ਰੂਪ ਰੰਗ ਕੋਈ ਨਹੀਂ ਹੁੰਦਾ। ਇਹਨੂੰ ਜਿੱਦਾਂ ਦੀ ਤੁਸੀਂ ਰੰਗਤ ਚਾੜੋਗੇ ਉਦੋਂ ਰੰਗਤ ਦੇ ਵਿੱਚ ਇਹ ਰੰਗਿਆ ਜਾਵੇਗਾ। ਇਹ ਮਨ ਪੰਜ ਤੱਤ ਉਤੇ ਜਨਮਾ, ਇਹ ਪੰਜਾਂ ਚੀਜ਼ਾਂ ਦੇ ਨਾਲ ਜਿਹੜਾ ਸਰੀਰ ਬਣਿਆ ਹੋਇਆ, ਉਹਨਾਂ ਦੇ ਨਾਲ ਹੀ ਇਹ ਮਨ ਵੀ ਬਣਿਆ ਹੋਇਆ ਹੈ। ਸਾਖਤ ਲੋਭੀਏ ਮਨ ਮੂੜਾ, ਗੁਰਮੁਖ ਨਾਮ ਜਪੈ ਮਨ ਰੂੜਾ। ਜਿਹੜੇ ਸਾਖਤ ਹੁੰਦੇ ਬੇਮੁਖ ਲੋਕ ਨੇ, ਉਹ ਲੋਭੀ ਪੁਰਸ਼ ਨੇ, ਉਹਨਾਂ ਦੇ ਨਾਲ ਜਿਸ ਵੇਲੇ ਇਹ ਮਨ ਰਲ ਜਾਂਦਾ ਹੈ ਤੇ ਇਹ ਮਨ ਖੁਦ ਵੀ ਜਿਹੜਾ ਮੂੜਾ ਮੂਰਖ ਬਣ ਜਾਂਦਾ ਹੈ। ਗੁਰਮੁਖ ਨਾਮ ਜਪੈ ਮਨ ਰੂੜਾ, ਤੇ ਜਿਹੜੇ ਗੁਰਮੁਖ ਹੁੰਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਨੇ, ਦੱਸੇ ਹੋਏ ਮਰਜ਼ਾਦਾ ਤੇ ਚੱਲਦੇ ਨੇ,
ਉਸ ਆਪਣੇ ਮਨ ਨੂੰ ਕਾਬੂ ਕਰ ਲੈਂਦੇ ਨੇ। ਉਹਨਾਂ ਦੇ ਨਾਲ ਮਨ ਰਲ ਕੇ, ਉਹਨਾਂ ਦੇ ਨਾਲ ਮਨ ਇਹ ਰਲ ਕੇ ਗੂੜਾ ਮਨ ਰੂੜਾ ਹੋ ਜਾਂਦਾ। ਰੂੜਾ ਬਹੁਤ ਸੁੰਦਰ ਬਣ ਜਾਂਦਾ ਹੈ। ਗੁਰਮੁਖ ਮਨ ਅਸਥਾਨੇ ਸੋਈ, ਗੁਰਮੁਖ ਤ੍ਰੈ ਪਵਨ ਸੋਜੀ ਹੋਈ। ਗੁਰਮੁਖ ਇਸ ਮਨ ਨੂੰ ਦੀ ਭਟਕਣਾ ਨੂੰ ਖਤਮ ਕਰਕੇ ਸਹੀ ਅਸਥਾਨ, ਸਹੀ ਘਰ ਦੇ ਵਿੱਚ ਲੈ ਆਉਂਦੇ ਹਨ। ਗੁਰਮੁਖ ਤ੍ਰੈ ਭਵਨ ਸੋਝੀ ਹੋਈ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਤਿੰਨਾਂ ਭਵਨਾਂ ਦਾ ਗਿਆਨ ਹੁੰਦਾ ਵੀ ਤਿੰਨੇ ਭਵਨ ਜਿਹੜੇ ਨੇ ਇਹ ਵੀ ਮਿਥਿਆ ਰੂਪ ਹੀ ਹਨ, ਇਹ ਵੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਚੱਲ ਰਹੇ ਹਨ। ਇਹ ਮਨ ਜੋਗੀ ਭੋਗੀ ਤਪ ਤਾਪੈ, ਗੁਰਮੁਖ ਚੀਨੈ ਹਰ ਪ੍ਰਭ ਆਪੈ। ਜੇ ਜੋਗੀਆਂ ਦੇ ਨਾਲ ਇਹ ਮਨ ਰਲ ਜਾਂਦਾ ਤੇ ਇਹ ਆਪ ਜੋਗੀ ਬਣ ਜਾਂਦਾ। ਜਿਹੜੇ ਭੋਗੀ ਨੇ, ਜਿਹੜੇ ਗ੍ਰਸਤੀਆਂ ਨੂੰ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ, ਉਹ ਕਹਿੰਦੇ ਵੀ ਉਹਨਾਂ ਦੇ ਨਾਲ ਰਲ ਜਾਂਦਾ ਤੇ ਇਹ ਗ੍ਰਸਤੀ ਬਣ ਜਾਂਦਾ ਹੈ। ਤੇ ਇਹ ਜੇ ਤਪੀਆਂ ਦੇ ਨਾਲ ਰਲ ਜਾਂਦਾ ਇਹ ਤਪੀ ਬਣ ਜਾਂਦਾ ਹੈ ਭਾਈ। ਤੇ ਗੁਰਮੁਖ ਚੀਨੇ ਹਰ ਪ੍ਰਭ ਆਪੈ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸਦੇ ਨੇ ਜਿਹੜੇ ਗੁਰਮੁਖ ਜਨ ਹੁੰਦੇ ਨੇ ਉਹ ਸੰਗਤ ਸਰੂਪੀ ਦੇ ਵਿੱਚ ਬੈਠ ਕੇ ਇਸ ਮਨ ਨੂੰ ਜਾਣ ਲੈਂਦੇ ਨੇ। ਇਸ ਤਰ੍ਹਾਂ ਉਹਨਾਂ ਨੂੰ ਪਤਾ ਹੁੰਦਾ ਵੀ ਮਨ ਵੱਖਰੇ ਵੱਖਰੇ ਰੰਗਾਂ ਦੇ ਵਿੱਚ ਖੇਲਣ ਡਿਆ ਹੁੰਦਾ, ਇਹਦਾ ਆਪਣਾ ਕੋਈ ਰੰਗ ਰੂਪ ਨਹੀਂ। ਸੋ ਇਹ ਕੀ ਕਰਦੇ ਨੇ, ਉਹ ਇਸ ਮਨ ਨੂੰ ਟਿਕਾਣ ਦੇ ਵਿੱਚ ਲਿਆਉਣ ਵਾਸਤੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਮੂਹਰੇ ਫਰਿਆਦਾਂ ਕਰਕੇ ਨਾਮ ਪ੍ਰਗਟ ਕਰ ਲੈਂਦੇ ਨੇ। ਇਸ ਮਨ ਨੂੰ ਫਿਰ ਉਹ ਰਾਮ ਜਿਹੜਾ ਸਭ ਦੇ ਵਿੱਚ ਰਮਿਆ ਹੋਇਆ ਰਾਮ ਹੈ ਉਸ ਦੇ ਨਾਮ ਦੇ ਚਾਟੇ ਲਾ ਦਿੰਦੇ ਨੇ। ਇਹ ਜਿੱਦਾਂ ਜਿੱਦਾਂ ਨਾਮ ਜਪਣਾ ਸ਼ੁਰੂ ਕਰ ਦਿੰਦਾ ਮਨ, ਉਦਾਂ ਉਦਾਂ ਫਿਰ ਇਹ ਭਰਮਾਂ ਦੇ ਵਿੱਚੋਂ ਨਿਕਲ ਆਉਂਦਾ ਹੈ। ਮਨ ਬੈਰਾਗੀ ਹੋ ਮੈਂ ਤਿਆਗੀ, ਕਟ ਕਟ ਮਨ ਸਾਧੂ ਬਦਾ ਲਾਗੀ। ਜਿਨ੍ਹਾਂ ਪਿਆਰਿਆਂ ਨੇ ਇਹ ਮਨ ਹਉਮੈ ਤਿਆਗ ਦਿੱਤੀ, ਹਉਮੈ ਦੇ ਰੋਗ ਨੂੰ ਛੱਡ ਦਿੱਤਾ ਤੇ ਉਹ ਵਿਰਾਗੀ ਬਣ ਗਿਆ। ਵਿਰਾਗੀ ਬਣ ਕੇ ਨਗਰ ਵੀ ਛੱਡ ਦਿੱਤਾ, ਦੇਸ਼ ਵੀ ਛੱਡ ਦਿੱਤਾ, ਜਾ ਕੇ ਬਾਹਰ ਜੰਗਲ ਪੀਆ ਬਾਨਾਂ ਦੇ ਵਿੱਚ ਲਗਾ। ਇਹ ਮਨ ਵੀ ਉਹਨਾਂ ਦੇ ਨਾਲ ਰਲ ਕੇ ਵਿਰਾਗੀ ਬਣ ਗਿਆ। ਉਸ ਕਰਕੇ ਘਟ ਘਟ ਮਨਸਾ ਦੁਬਦਾ ਲਾਗੀ। ਸੋ ਇਹ ਜਿਹੜੇ ਜਿੰਨੇ ਵੀ ਹਰ ਘਟ ਦੇ ਵਿੱਚ ਜਿਹੜੀ ਮਨਸਾ ਹੈ, ਜਿਹੜੀ ਵਾਸ਼ਨਾਵਾਂ ਨੇ ਉਹਨਾਂ ਦੇ ਅੰਦਰ, ਉਹ ਜਦੋਂ ਉਹਨਾਂ ਦੇ ਨਾਲ ਰਲ ਜਾਂਦਾ ਇਹ ਵੀ ਉਹਨਾਂ ਦਾ ਹੀ ਰੂਪ ਧਾਰਨ ਕਰ ਲੈਂਦਾ ਹੈ। ਰਾਮ ਰਸਾਇਣ ਗੁਰਮੁਖ ਚਾਖੈ, ਦਰ ਕਰ ਮਹਲੀ ਹਰ ਪਤ ਰਾਖੈ। ਜੋ तमाम ਰਸਾਂ ਦਾ ਘਰ, ਹਰ ਰਸ ਦਾ ਮਾਲਕ, ਸਭ ਦੇ ਵਿੱਚ ਰਮਿਆ ਹੋਇਆ ਰਾਮ, ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ, ਪ੍ਰਮਾਤਮਾ ਕਹਿੰਦੇ, ਨਿਰੰਕਾਰ ਜੀ ਕਹਿੰਦੇ ਹਾਂ, ਅਨੇਕਾਂ ਹੋਰ ਨਾਮ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ। ਕਹਿੰਦੇ ਜਿਹੜਾ ਜੀਵ ਉਸ ਪ੍ਰਮਾਤਮਾ ਨੂੰ ਪਹਿਚਾਣ ਲੈਂਦਾ ਉਹ ਗੁਰਮੁਖ ਆਨੰਦ ਦੇ ਵਿੱਚ ਆ ਜਾਂਦਾ ਹੈ ਤੇ ਉਹਦਾ ਮਨ ਵੀ ਆਨੰਦ ਦੇ ਵਿੱਚ ਆ ਜਾਂਦਾ ਹੈ। ਦਰ ਘਰ ਮਹਲੀ ਹਰ ਪਤ ਰਾਖੇ। ਇਦੂ ਸੰਸਾਰ ਦੇ ਉੱਤੇ ਸਤ ਸੰਗਤ ਦੇ ਵਿੱਚ ਬੈਠ ਕੇ ਗਿਆਨ ਲੈ ਕੇ ਉਹ ਜਿਸ ਨੇ ਮਨ ਨੂੰ ਰੰਗ ਲਿਆ ਪ੍ਰਮਾਤਮਾ ਦੇ ਨਾਮ ਦੇ ਨਾਲ, ਜੋੜ ਦਿੱਤਾ, ਹਰ ਵੇਲੇ ਜੋੜੀ ਰੱਖੀ ਜਾਣ ਡਿਆ ਆ। ਕੋਈ ਸਮਾਂ ਐਸਾ ਵਿਅਰਥ ਨਹੀਂ ਜਾਣ ਦਿੰਦਾ ਕਿ ਮਨ ਨੂੰ ਇਸ ਨਾਮ ਤੋਂ ਵਾਂਝੇ ਹੋਣ ਦੇਵੇ, ਨਹੀਂ ਹੋਣ ਦਿੰਦਾ। ਕਿਉਂਕਿ ਜਿਹੜੇ ਸਾਡੇ ਅੰਦਰ ਪੰਜ ਚੋਰ ਬੈਠੇ ਨੇ ਨਾ ਭਾਈ, ਉਹ ਮਨ ਨੂੰ ਹਰ ਵੇਲੇ ਆਪਣੇ ਪਾਸੇ ਨੂੰ ਖਿੱਚਣ ਦੀ ਜ਼ਰੂਰ ਕਰਦੇ। ਹੁਣ ਚੋਰ ਦਾ ਕੰਮ ਹੁੰਦਾ ਚੋਰੀ ਕਰਨੀ, ਖੋਹ ਲੈਣੀ ਕੋਈ ਚੀਜ਼, ਪਰ ਚੋਰ ਕਦੀ ਵੀ ਦਰਵਾਜ਼ਾ ਖੜਕਾ ਕੇ ਨਹੀਂ ਆਉਂਦਾ ਹੁੰਦਾ। ਅੱਜ ਤੱਕ ਕੋਈ ਦੇਖਿਆ ਵੀ ਕਿਸੇ ਨੇ ਦਰਵਾਜ਼ਾ ਖੜਕਾਇਆ ਹੋਵੇ ਤੇ ਕਹੇ ਮੈਂ ਚੋਰ ਆ, ਮੈਂ ਤੇਰੇ ਘਰ ਦੇ ਵਿੱਚੋਂ ਸਭ ਕੁਝ ਲੁੱਟ ਕੇ ਲੈ ਕੇ ਜਾਣਾ? ਨਹੀਂ ਹੁੰਦਾ ਏਦਾਂ। ਚੋਰ ਜਿਹੜਾ ਨਾ ਇਹ ਕਿਸੇ ਹੋਰ ਭੁਲੇਖੇ ਵਾਲੇ ਰੂਪ ਦੇ ਵਿੱਚ ਹੀ ਆਉਂਦਾ। ਜਾਂ ਇਹ ਸੰਨ ਲਾਏਗਾ, ਜਾਂ ਰਾਤ ਨੂੰ ਆਏਗਾ, ਹਨੇਰੇ ਦੇ ਵਿੱਚ ਆਏਗਾ, ਜਾਂ ਕੰਧ ਟੱਪ ਕੇ ਆਏਗਾ ਕਿਸੇ ਨਾ ਕਿਸੇ ਤਰ੍ਹਾਂ। ਜਿੱਥੋਂ ਅਨੁਭਵ ਦਾ ਕਿ ਇਹ ਦੱਸੇ ਤੋਂ ਬਗੈਰ ਹੀ ਆ ਜਾਂਦਾ। ਇਹ ਜਿਹੜੇ ਸਾਨੂੰ ਇਹਨਾਂ ਨੂੰ ਪੰਜਾਂ ਨੂੰ ਚੋਰ ਆਖਿਆ, ਇਹ ਵੀ ਦੱਸੇ ਤੋਂ ਬਗੈਰ ਕੋਈ ਨਾ ਕੋਈ ਸਾਡੇ ਉੱਤੇ ਹਮਲਾ ਕਰ ਦਿੰਦੇ ਹਨ। ਕਹਿੰਦੇ ਇਸ ਕਾਰਨ ਕਰਕੇ ਕਿ ਜਿਨ੍ਹਾਂ ਗੁਰਮੁਖਾਂ ਨੇ ਉਹ ਪ੍ਰਮਾਤਮਾ ਦਾ, ਵਾਹਿਗੁਰੂ ਜੀ ਦਾ ਨਾਮ ਚੱਖ ਲਿਆ, ਉਹਨਾਂ ਨੂੰ ਗੁਰਮੁਖ ਬੜਾ ਉਹਨਾਂ ਨੂੰ ਦਰਜਾ ਪ੍ਰਾਪਤ ਹੋ ਗਿਆ, ਕਿਉਂਕਿ ਮਨ ਉਹਨਾਂ ਨੇ ਹਰ ਵੇਲੇ ਹੀ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਦਿੱਤਾ। ਉਹ ਅੰਮ੍ਰਿਤ ਦੇ ਨਾਲ ਅੰਮ੍ਰਿਤ ਛਕਣ ਦੀ ਜਾਚ ਇਸ ਮਨ ਨੂੰ ਸਿਖਾ ਦਿੱਤੀ। ਤੇ ਦਰ ਘਰ ਮਹੱਲੀ ਹਰ ਪਤ ਰਾਖੈ। ਕਹਿੰਦੇ ਇੱਥੇ ਸੰਸਾਰ ਦੇ ਉੱਤੇ ਤੇ ਹਰ ਜਗ੍ਹਾ ਦੇ ਉੱਤੇ ਫਿਰ ਉਸ ਜੀਵ ਦੀ ਪਤ ਨਿਰੰਕਾਰ ਵਾਹਿਗੁਰੂ ਜੀ ਹੱਥ ਦੇ ਕੇ ਆਪ ਰੱਖਦੇ ਹਨ। ਇਹ ਮਨ ਰਾਜਾ ਸੂਰ ਸੰਗਰਾਮ, ਇਹ ਮਨ ਨਿਰਭਉ ਗੁਰਮੁਖ ਨਾਮ। ਜਦੋਂ ਕਿਤੇ ਰਾਜਿਆਂ ਦੇ ਨਾਲ ਇਹ ਮਨ ਚਲੇ ਜਾਂਦਾ ਜੰਗਾਂ ਯੁੱਧਾਂ ਦੇ ਵਿੱਚ, ਉੱਥੇ ਜਾ ਕੇ ਬੜਾ ਸੂਰਮਾ ਬਣ ਜਾਂਦਾ, ਬੜਾ ਤਕੜਾ ਬਣ ਜਾਂਦਾ। ਇਹ ਮਨ ਨਿਰਭਉ ਗੁਰਮੁਖ ਜਾਨ। ਪਰ ਨਿਰੰਕਾਰ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਇਸ ਮਨ ਦਾ ਗਿਆਨ ਦਿੰਦੇ ਨੇ
ਕਿ ਗੁਰਮੁਖਾਂ ਨੇ ਨਾਮ ਜਪ ਜਪ ਕੇ ਇਸ ਮਨ ਨੂੰ ਇੰਨਾ ਨਿਰਭਉ ਡਰ ਤੋਂ ਰਹਿਤ ਬਣਾ ਲਿਆ ਕਿ ਹੁਣ ਉਸ ਨੂੰ ਆ ਜਿਹੜੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਕਰਮ ਕਾਂਡੀਆਂ ਦਾ ਖੇਡ ਦੱਸਿਆ ਹੈ, ਇਹ ਉਹਨਾਂ ਤੋਂ ਫਿਰ ਡਰਦਾ ਨਹੀਂ, ਕਿਉਂਕਿ ਮਨ ਪ੍ਰਮਾਤਮਾ ਦੇ ਨਾਲ, ਉਸ ਅਕਾਲ ਪੁਰਖ ਦੇ ਨਾਲ ਜੁੜ ਗਿਆ। ਤੇ ਇਸ ਮਨ ਨੂੰ ਮਾਲਕ ਸੱਚੇ ਪਾਤਸ਼ਾਹ ਨੇ ਗਾਂ ਜਾ ਕੇ ਸਮਝਾ ਵੀ ਦੇਣਾ ਹੈ। ਤੇ ਮਨ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨਾ ਤੂੰ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਰੂਪ ਰੰਗ ਹੈ, ਤੂੰ ਉਸ ਨੂੰ ਪਹਿਚਾਣ। ਜਦੋਂ ਉਸ ਮਨ ਨੂੰ ਇਹ ਸੋਝੀ ਆ ਜਾਂਦੀ ਭਾਈ, ਉਹ ਫਿਰ ਮਨਮੁਖਾਂ ਨਾਲੋਂ ਟੁੱਟ ਕੇ ਗੁਰਮੁਖਾਂ ਦੇ ਨਾਲ ਜੁੜ ਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ। ਮਾਰੇ ਪੰਜ ਆਪਣੇ ਵਸ ਕੀਏ, ਹੋ ਮੈਂ ਗ੍ਰਾਸ ਇਕਤ ਥਾਏ ਕੀਏ। ਜਿਨ੍ਹਾਂ ਜੀਵਾਂ ਨੇ ਪੰਜਾਂ ਨੂੰ, ਜਿਹੜੇ ਵਿਕਾਰੀ ਤੱਤ ਨੇ, ਕਾਮ ਕ੍ਰੋਧ ਲੋਭ ਹੰਕਾਰ, ਇਹਨਾਂ ਨੂੰ ਮਾਰ ਕੇ ਆਪਣੇ ਵਸ ਕਰ ਲਿਆ ਤੇ ਉਹਨਾਂ ਦਾ ਮਨ ਜਿਹੜਾ ਹੈ ਉਹਨਾਂ ਦੇ ਕੋਲੋਂ ਭਾਈ ਆਜ਼ਾਦ ਹੋ ਗਿਆ। ਤੇ ਹਉਮੈ ਗ੍ਰਾਸ ਇਕਤ ਕਰ ਥੀਏ, ਕਹਿੰਦੇ ਇਹ ਜਿਹੜੀ ਹਉਮੈ ਦੀ ਬੁਰਕੀ ਸਾਨੂੰ ਵਾਰ-ਵਾਰ ਅੰਦਰੋਂ ਇਹ ਪੰਜ ਚੋਰ ਪਾ ਰਹੇ ਨੇ ਹਉਮੈ ਦੀ, ਤੇ ਉਹ ਬੁਰਕੀ ਜਿਹੜੀ ਹੈ ਉਹ ਬੁਰਕੀ ਨੂੰ ਵੀ ਖਤਮ ਕਰ ਦਿੱਤਾ। ਜਦੋਂ ਪੰਜ ਕਾਬੂ ਆ ਗਏ ਤਾਂ ਫਿਰ ਜਿਹੜਾ ਉਹਨਾਂ ਨੇ ਉਹ ਲਾਲਚ ਦੇਣਾ ਸੀ ਭਾਈ, ਉਹ ਲਾਲਚ ਵੀ ਨਾਲ ਹੀ ਖਤਮ ਹੋ ਜਾਂਦਾ ਹੈ। ਜਿਸ ਲਈ ਉਹ ਲਾਲਚ ਖਤਮ ਹੋ ਜਾਂਦਾ ਹੈ ਤੇ ਇਹ ਮਨ ਇੱਕ ਘਰ ਦੇ ਵਿੱਚ ਆਣ ਕੇ ਟਿਕ ਜਾਂਦਾ ਹੈ। ਗੁਰਮੁਖ ਰਾਗ ਸਵਾਦ ਅਨ ਤਿਆਗੇ, ਗੁਰਮੁਖ ਇਹ ਮਨ ਭਗਤੀ ਜਾਗੇ। ਔਰ ਉਸ ਮਨ ਨੂੰ ਕਾਬੂ ਕਰਨ ਵਾਸਤੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ, ਉਹ ਨਿਰੰਕਾਰ ਤੋਂ ਗਿਆਨ ਲੈ ਕੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਜਨ ਬਣ ਜਾਂਦੇ ਨੇ। ਫਿਰ ਕੀ ਕਰਦੇ ਨੇ ਗੁਰਮੁਖ, ਉਹ ਜਿਹੜੇ ਨੇ ਇਸ ਮਨ ਨੂੰ ਕਾਬੂ ਰੱਖਣ ਵਾਸਤੇ ਰਾਗ ਸਵਾਦ ਅਨ ਤਿਆਗੇ, ਉਹ ਰਾਗ ਜਿਹੜੇ ਕਿ ਇਸ ਮਨ ਨੂੰ ਚੰਚਲਤਾ ਦੇ ਵਿੱਚ ਪਾ ਦਿੰਦੇ ਨੇ, ਉਹ ਰਸ ਜਿਹੜੇ ਮਨ ਨੂੰ ਭਟਕਣਾ ਦੇ ਵਿੱਚ ਪਾ ਦਿੰਦੇ ਨੇ, ਉਹਨਾਂ ਸਾਰਿਆਂ ਨੂੰ ਇਹ ਤਿਆਗ ਦਿੰਦੇ ਨੇ ਇਸ ਸੰਸਾਰ ਦੇ ਉੱਤੇ। ਗੁਰਮੁਖ ਇਹ ਮਨ ਭਗਤੀ ਜਾਗੇ, ਗੁਰਮੁਖ ਜਿਹੜੇ ਨੇ ਹਰ ਵੇਲੇ ਮਨ ਨੂੰ ਭਗਤੀ ਦੇ ਵਿੱਚ ਹੀ ਜੋੜੀ ਰੱਖਦੇ ਨੇ, ਫਿਰ ਉਹਨੂੰ ਭਟਕਣ ਦਾ ਸਮਾਂ ਹੀ ਨਹੀਂ ਮਿਲਦਾ ਹੈ ਇਸ ਨੂੰ। ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ, ਆਤਮ ਚੀਨ ਪਏ ਨਿਰੰਕਾਰੀ। ਉਹਨਾਂ ਨੇ ਜਿਸ ਲਈ ਕਮਾਈ ਕਰਦੇ ਕਰਦੇ ਇਸ ਮਨ ਨੂੰ ਰੰਗ ਇਹਨਾਂ ਨੇ ਅਨਹਦ ਸ਼ਬਦ ਨੂੰ ਪ੍ਰਗਟ ਕਰ ਲਿਆ ਭਾਈ। ਇਹ ਮਨ ਫਿਰ ਇੱਕ ਵਾਰ ਜਦੋਂ ਉਹ ਅਨਹਦ ਸ਼ਬਦ ਨੂੰ ਸੁਣ ਲੈਂਦਾ ਹੈ, ਫਿਰ ਹਰ ਵੇਲੇ ਉਹਦੇ ਨਾਲ ਜੁੜਿਆ ਰਹਿੰਦਾ, ਫਿਰ ਇਹਦੀ ਭਟਕਣਾ ਜਿਹੜੀ ਆ ਬਿਲਕੁਲ ਖਤਮ ਹੋ ਜਾਂਦੀ ਹੈ। ਤੇ ਫਿਰ ਇਹ ਨਾ ਗੁਰੂ ਦੇ ਸ਼ਬਦ ਜਿਹੜਾ ਹੈ ਉਹਦੇ ਰਾਹੀਂ ਪਰਮੇਸ਼ਰ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੰਦਾ ਮਨ ਆਪ ਹੀ। ਆਤਮ ਚੀਨੇ ਭੈ ਨਿਰੰਕਾਰੀ, ਤੇ ਫਿਰ ਜਿਹੜੀ ਆਤਮਾ, ਜੀਵ ਆਤਮਾ ਚੀਨੇ ਦਾ ਮਤਲਬ ਹੁੰਦਾ ਉਸ ਨੇ ਜਿਸ ਨੇ ਆਤਮਾ ਨੂੰ ਪਹਿਚਾਣ ਲਿਆ। ਇਹ ਮਨ ਆਤਮਾ ਦਾ ਹੀ ਰੂਪ ਹੋ ਗਿਆ। ਆਤਮਾ ਨੂੰ ਆਤਮਾ ਨੂੰ ਜਿਹਨੇ ਜਾਣ ਲਿਆ, ਉਹਨੇ ਆਤਮਾ ਨੂੰ ਵੀ ਇਹ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਜੀਵ ਨੇ, ਮਨ ਨੇ ਅੰਮ੍ਰਿਤ ਦੀ ਦਾਤ ਉਸ ਨੂੰ ਬਖਸ਼ਿਸ਼ ਕਰ ਦਿੱਤੀ, ਕਿਉਂਕਿ ਮਨ ਹੀ ਉਹ ਅਕਾਲ ਪੁਰਖ ਦਾ ਰੂਪ ਹੈ। ਜਿਹਨੂੰ ਸ਼ਬਦ ਦੀ ਪੂਰੀ ਵਿਚਾਰ ਹੋ ਗਈ, ਫਿਰ ਉਹ ਕੀ ਹੁੰਦਾ, ਉਹ ਜੇ ਨਿਰੰਕਾਰ ਦਾ ਇੱਥੇ ਸੰਸਾਰ ਦੇ ਉੱਤੇ ਰਹਿੰਦੇ ਹੀ ਰੂਪ ਬਣ ਜਾਂਦੇ ਹਨ। ਇਹ ਮਨ ਨਿਰਮਲ ਦਰ ਕਰ ਸੋਈ, ਗੁਰਮੁਖ ਭਗਤ ਪਾਉ ਤੁਨ ਹੋਈ। ਜਦੋਂ ਮਨ ਸ਼ੁੱਧ ਹੋ ਜਾਂਦਾ, ਇਹਦੇ ਉੱਤੋਂ ਜਨਮ ਜਨਮੰਤਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਇਹ ਸਹੀ ਘਰ ਦੇ ਵਿੱਚ ਆ ਜਾਂਦਾ ਹੈ, ਸਹੀ ਘਰ ਦੇ ਵਿੱਚ ਜਾ ਕੇ ਬੈਠ ਜਾਂਦਾ ਹੈ। ਗੁਰਮੁਖ ਭਗਤ ਪਾਉ ਤੁਨ ਹੋਈ। ਫਿਰ ਗੁਰਮੁਖਾ ਜਿਹੜੇ ਨੇ ਉਹ ਅਕਾਲ ਪੁਰਖ ਨਿਰੰਕਾਰ ਦੇ ਨਾਲ ਆਪਣੀ ਸੁਰਤ ਜੋੜ ਕੇ, ਵਿਰਤੀ ਜੋੜ ਕੇ ਹਰ ਵੇਲੇ ਪ੍ਰਮਾਤਮਾ ਦੀ ਵਡਿਆਈ ਦੇ ਵਿੱਚ ਜਦੋਂ ਜੁੜੇ ਰਹਿੰਦੇ ਨੇ, ਇਹ ਮਨ ਵੇ ਹਰ ਵੇਲੇ ਪ੍ਰਮਾਤਮਾ ਦਾ ਰੂਪ ਹੋ ਕੇ ਪ੍ਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਅਹਨਸ ਹਰ ਜਸ ਗੁਰ ਪ੍ਰਸਾਦ, ਕਟ ਕਟ ਸੋ ਪ੍ਰਭ ਆਦ ਜੁਗਾਦ। ਅਹਨਸ ਕਹਿੰਦੇ ਨੇ ਦਿਨ ਰਾਤ ਨੂੰ। ਦਿਨ ਰਾਤ ਇਹ ਗੁਰਮੁਖ ਪਿਆਰੇ ਇਹ ਮਨ ਨੂੰ ਭਟਕਣਾ ਤੋਂ ਰੋਕਣ ਲਈ ਉਹ ਪ੍ਰਮਾਤਮਾ ਵਾਹਿਗੁਰੂ ਦੇ ਕਿਰਪਾ ਦੇ ਨਾਲ ਉਸ ਦਾ ਨਾਮ ਹੀ ਜਪਦੇ ਰਹਿੰਦੇ ਨੇ, ਉਹਦਾ ਜਸ ਕਰਦੇ ਰਹਿੰਦੇ ਨੇ, ਵਡਿਆਈਆਂ ਕਰਦੇ ਰਹਿੰਦੇ ਨੇ। ਚਾਹੇ ਕਥਾ ਸੁਣ ਲਈ, ਚਾਹੇ ਸਤਿਗੁਰ ਦਾ ਕੀਰਤਨ ਸੁਣ ਲਿਆ, ਚਾਹੇ ਬਾਣੀ ਪੜ੍ਹ ਲਈ, ਚਾਹੇ ਨਾਮ ਜਪ ਲਿਆ, ਚਾਹੇ ਸੇਵਾ ਕਰ ਲਈ। ਇਹ ਸਾਰੇ ਜਿਹੜੇ ਕਰਮ ਨੇ, ਇਹ ਕਰਮ ਨੇ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਪ੍ਰਵਾਨ ਹੋਣ ਵਾਲੇ। ਸੇਵਾ, ਸਿਮਰਨ, ਸਤ, ਸੰਤੋਖ ਤੇ ਸਹਿਜ ਵਾਸਤਾ, ਇਹ ਜਿਹੜੇ ਦੇ ਵਿੱਚ ਮਨ ਇਹਨਾਂ ਦੇ ਵਿੱਚ ਭਾਈ ਰੰਗਿਆ ਜਾਂਦਾ। ਜਦੋਂ ਮਨ ਵੀ ਇਹਨਾਂ ਦੇ ਵਿੱਚ ਰੰਗਿਆ ਜਾਂਦਾ, ਇਹ ਹੈ ਗੁਰੂ ਦੀ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਤੇ ਘਟ ਘਟ ਸੋ ਪ੍ਰਭ ਆਦ ਜੁਗਾਦ, ਜੁਗਾਂ ਜਗੰਤਰਾਂ ਦੇ ਵਿੱਚ ਸੰਪੂਰਨ ਉਹ ਵਾਹਿਗੁਰੂ ਜਿਹੜਾ ਹੈ, ਉਹ ਵੀ ਹਰ ਜਗ੍ਹਾ ਦੇ ਉੱਤੇ ਇਸ ਮਨ ਨੂੰ ਦਿਸਣਾ ਸ਼ੁਰੂ ਹੋ ਜਾਂਦਾ ਹੈ।
ਰਾਮ ਰਸਾਇਨੇ ਮਨ ਮਾਤਾ ਸ਼ਬਦ ਰਸਾਇਨ ਗੁਰਮੁਖ ਸਰਬ ਰਸਾਇਨ ਗੁਰਮੁਖ ਜਾਤਾ। ਕਹਿੰਦੇ ਸਭ ਦੇ ਵਿੱਚ ਰਮੇ ਹੋਏ ਰਾਮ ਦੇ ਵਿੱਚ ਦਾ ਜਿਹੜਾ ਰਾਮ ਹੈ, ਸਾਰੇ ਰਸਾਂ ਦਾ ਜਿਹੜਾ ਮਾਲਕ ਰਾਮ ਹੈ, ਵਾਹਿਗੁਰੂ ਜੀ ਹਨ। ਕਹਿੰਦੇ ਇਹ ਮਨ ਜਿਹੜਾ ਹੈ ਨਾ, ਇਹ ਉਹ ਅਕਾਲ ਪੁਰਖ ਦੇ ਵੱਲ ਨੂੰ ਮਾਰਗ ਦੇ ਉੱਤੇ ਤੁਰਦੇ ਵਾਲੇ ਜਿਹੜੇ ਪਦਾਰਥ ਹਨ, ਉਹਨਾਂ ਦੇ ਵਿੱਚ ਮਨ ਜਿਹੜਾ ਨਾ ਖੁੱਭ ਜਾਂਦਾ ਹੈ। ਸੇਵਾ ਸਿਮਰਨ ਬਹੁਤ ਵੱਡੇ ਦੋ ਇਹ ਸਾਡੇ ਕਰਮ ਨੇ। ਸਤ ਸੰਤੋਖ ਜਿਹੜੇ ਮੈਂ ਬੇਨਤੀ ਕੀਤੀ ਹੈ, ਸਹਿਜ ਅਵਸਥਾ, ਸਿਮਰਨ, ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਦੋਂ ਇਹ ਮਨ ਫੇ ਇਹਨਾਂ ਨੂੰ ਪਕੜ ਲੈਂਦਾ ਨਾ, ਜਾਂ ਇਹ ਚੀਜ਼ਾਂ ਮਨ ਨੂੰ ਪਕੜ ਲੈਂਦੀਆਂ ਨੇ, ਉਸ ਵੇਲੇ ਫਿਰ ਜਿਹੜਾ ਅੰਦਰੋਂ ਰਸ, ਇੱਕ ਮਹਾਰਸ ਜਿਹਨੂੰ ਅੰਮ੍ਰਿਤ ਕਿਹਾ, ਸਦਾ ਅਮਰ ਰਹਿਣ ਵਾਲਾ ਰਸ ਹਰ ਸਰੀਰ ਦੇ ਵਿੱਚ ਹੀ ਆ। ਕਿਉਂ ਗੁਰੂ ਜੀ ਕਹਿੰਦੇ ਆ ਨਾ ਭਈ ਅੰਮ੍ਰਿਤ ਲੂਟੇ ਮਨ ਮੁਖ ਨਾ ਬੂਝੇ ਕੋ ਨਾ ਸੁਣੇ ਪੁਕਾਰਾ, ਵੀ ਇਹਦਾ ਮਤਲਬ ਅੰਦਰ ਹੀ ਅੰਮ੍ਰਿਤ ਹੈ। ਸੋ ਉਹ ਇਹ ਅੰਮ੍ਰਿਤ ਜਿਹੜਾ ਹੈ ਉਹਨੂੰ ਛਕਣਾ ਸ਼ੁਰੂ ਕਰ ਦਿੰਦਾ ਇਹ ਮਨ ਮਾਤਾ। ਕਹਿੰਦੇ ਇਹ ਉਸ ਨੂੰ ਛਕ ਕੇ, ਮਾਤਾ ਦਾ ਮਤਲਬ ਦਾ ਮਸਤ ਰਹਿੰਦਾ, ਫਿਰ ਇਸ ਨੂੰ ਬਾਹਰਲੇ ਸੰਸਾਰ ਦੀ ਉਗ ਸੁਗ ਕੋਈ ਨਹੀਂ ਰਹਿੰਦੀ। ਸਰਬ ਰਸਾਇਣ ਗੁਰਮੁਖ ਜਾਤਾ, ਸਾਰੇ ਰਸ ਜਿਹੜੇ ਕਸ ਨੇ ਉਹਨਾਂ ਤੋਂ ਉਤਰੇ ਵਾਲਾ ਜਿਹੜਾ ਰਸ ਹੈ, ਗੁਰਮੁਖਾਂ ਨੂੰ ਉਹਦਾ ਸੰਪੂਰਨ ਗਿਆਨ ਹੋ ਜਾਂਦਾ ਹੈ। ਭਗਤ ਹੇਤ ਗੁਰ ਚਰਨ ਨਿਵਾਸਾ, ਨਾਨਕ ਹਰ ਜਨ ਕੇ ਦਾਸਨ ਦਾਸਾ। ਭਗਤਾਂ ਦੇ ਵਿੱਚ ਗੁਰੂ ਨਿਰੰਕਾਰ ਜੀ ਕਹਿੰਦੇ ਨੇ, ਭਗਤ ਹੇਤ ਗੁਰ ਚਰਨ ਨਿਵਾਸਾ, ਜਿਹੜੇ ਗੁਰਮੁਖ ਸਤਿਗੁਰ ਵੱਲੋਂ ਬਖਸ਼ੇ ਹੋਏ ਭਗਤ ਸਾਧੂ ਜਨ ਸੰਤ ਜਨ ਹਨ, ਉਹਨਾਂ ਦੇ ਵਿੱਚ ਚਰਨਾਂ ਦੇ ਵਿੱਚ ਜਾ ਕੇ ਉਹ ਬਹਿ ਜਾਂਦਾ। ਉੱਥੇ ਬੈਠ ਕੇ ਉਹ ਭਗਤੀ ਕਰਨੀ ਸ਼ੁਰੂ ਕਰ ਦਿੰਦਾ। ਉੱਥੇ ਫਿਰ ਹੋਰ ਗੱਲਾਂ ਕੋਈ ਨਹੀਂ ਹੁੰਦੀਆਂ ਭਾਈ, ਹੋਰ ਕੋਈ ਕੰਮ ਨਹੀਂ ਹੁੰਦੇ ਸੇਵਾ ਤੇ ਸਿਮਰਨ ਤੋਂ ਇਲਾਵਾ, ਤੇ ਮਨ ਵੀ ਫਿਰ ਕਿਸੇ ਪਾਸੇ ਨੂੰ ਭਟਕ ਨਹੀਂ ਸਕਦਾ। ਨਾਨਕ ਹਰ ਜਨ ਕੇ ਦਾਸਨ ਦਾਸਾ, ਕਹਿੰਦੇ ਨਿਰੰਕਾਰ ਜੀ ਕਹਿੰਦੇ ਨੇ ਵੀ ਉਹ ਜੀਵ ਇੰਨੀ ਨਿਮਰਤਾ ਦੇ ਵਿੱਚ ਆ ਜਾਂਦਾ, ਇਹਨਾਂ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਦਿੰਦਾ, ਆਪਣੇ ਆਪ ਨੂੰ ਨਿਰੰਕਾਰ ਦੇ ਦਾਸਾਂ ਦਾ ਦਾਸ ਜਾਣਨ ਲੱਗ ਪੈਂਦਾ ਹੈ। ਆਸਾ ਮਹਲਾ ਪਹਿਲਾ, ਤਨ ਬਿਨ ਸੈ ਤਨ ਕਾ ਕੋ ਕਹੀਐ, ਬਿਨ ਗੁਰ ਰਾਮ ਨਾਮ ਕਤ ਲਹੀਐ। ਇੱਥੇ ਵਾਹਿਗੁਰੂ ਜੀ ਜਿਹੜਾ ਧਨ ਦੌਲਤ ਦੀ ਗੱਲ ਕਰਦੇ ਨੇ, ਤੇ ਇੱਕ ਧਨ ਜਿਹੜਾ ਸੰਸਾਰੀ ਹੈ, ਇੱਕ ਧਨ ਹੈ ਨਿਰੰਕਾਰੀ। ਇਹ ਦੋਨਾਂ ਧਨਾਂ ਦੀ ਸਤਿਗੁਰੂ ਜੀ ਇਹਦੇ ਵਿੱਚ ਆਪਾਂ ਨੂੰ ਗਿਆਨ ਦੇਣਗੇ। ਕਹਿੰਦੇ ਤਨ ਬਿਨ ਸੇ, ਜਦੋਂ ਇਹ ਸਰੀਰ ਨਾਸ਼ ਹੋ ਜਾਂਦਾ, ਖਤਮ ਹੋ ਜਾਂਦਾ, ਇਹਦੇ ਵਿੱਚੋਂ ਪੌਰ ਉਡਾਰੀ ਮਾਰ ਜਾਂਦਾ ਹੈ, ਉਹ ਧਨ ਜਿਹੜਾ ਉਸਨੇ ਸਾਰਾ ਕੁਝ ਇਕੱਠਾ ਕੀਤਾ ਹੁੰਦਾ ਸੰਸਾਰ ਦੇ ਉੱਤੇ, ਦੱਸੋ ਭਾਈ ਉਹ ਕਿਹਦਾ ਬਣਦਾ? ਫਿਰ ਉਸ ਨੂੰ ਤਾਂ ਕੋਈ ਗਿਆਨ ਨਹੀਂ, ਉਹ ਤਾਂ ਚਲੇ ਗਿਆ ਇੱਥੋਂ ਸੰਸਾਰ ਤੋਂ। ਇਸ ਕਰਕੇ ਦੱਸੋ ਉਹ ਕਿਹਦਾ ਹੋ ਗਿਆ? ਤਾਂ ਕਹਿੰਦੇ ਬਿਨ ਗੁਰ ਰਾਮ ਨਾਮ ਕਤ ਲਈਏ। ਕਹਿੰਦੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਤੋਂ ਬਗੈਰ ਕਿਹੜਾ ਧਨ ਹੈ, ਨਾਮ ਧਨ ਤੋਂ ਬਗੈਰ ਕਿਹੜਾ ਧਨ ਹੈ ਜਿਹੜਾ ਅਸੀਂ ਇੱਥੋਂ ਲੈ ਕੇ ਜਾ ਸਕਦੇ ਹਾਂ? ਰਾਮ ਨਾਮ ਤਨ ਸੰਗ ਸਖਾਈ, ਅਹਨਸ ਨਿਰਮਲ ਹਰ ਲਿਵਲਾਈ। ਉਹ ਪ੍ਰਮਾਤਮਾ ਦਾ ਨਾਮ ਦਾ ਧਨ ਜਿਹੜਾ ਹੈ ਭਾਈ, ਉਹ ਸਦਾ ਹੀ ਸਾਡੇ ਅੰਗ ਸੰਗ ਸਹਾਈ ਰਹਿੰਦਾ, ਸਹਾਇਤਾ ਕਰਦਾ ਸਾਡੀ, ਇੱਥੇ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ। ਲੋਕ ਦੇ ਵਿੱਚ ਵੀ ਜਿਹੜੇ ਵਿਸ਼ੇ ਵਿਕਾਰ ਨੇ, ਰੋਗ ਸੋਗ ਨੇ, ਉਹਨਾਂ ਨੂੰ ਉਹ ਦੂਰ ਰੱਖਦਾ ਹੈ। ਪਰ ਲੋਕ ਦੇ ਵਿੱਚ ਵੀ ਸਾਨੂੰ ਜਮਾਂ ਦੀ ਮਾਰ ਨਹੀਂ ਪੈਂਦੀ। ਜਬ ਸਗਾ ਆਣ ਕੇ ਨਮਸਕਾਰ ਕਰਦੇ ਨੇ, ਧਰਮਰਾਜ ਖੁਦ ਨਮਸਕਾਰ ਕਰਦਾ ਕਿ ਮੇਰੇ ਵੱਡੇ ਭਾਗ ਹੈ ਵੀ ਤੇਰੇ ਵਰਗੇ ਗੁਰਮੁਖ ਇਹ ਸੰਸਾਰ ਯਾਤਰਾ ਖਤਮ ਕਰਕੇ ਮੇਰੇ ਕੋਲ ਆਏ ਨੇ। ਇਸ ਕਰਕੇ ਉਹਨਾਂ ਨੂੰ ਆਦਰ ਉੱਥੇ ਦਿੰਦੇ ਨੇ। ਸੋ ਮਹਾਰਾਜ ਤਾਂ ਹੀ ਕਹਿੰਦੇ ਨੇ ਵੀ ਇਹ ਜਿਹੜਾ ਇਹ ਰਾਮ ਦਾ ਨਾਮ ਹੈ, ਇਹ ਧਨ ਸਦਾ ਹੀ ਸਾਡੇ ਅੰਗ ਸੰਗ ਸਹਾਈ ਰਹਿੰਦਾ ਹੈ ਭਾਈ। ਐਨਸ ਨਿਰਮਲ ਹਰ ਲਿਵਲਾਈ। ਸੋ ਦਿਨ ਰਾਤ ਕਰਕੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ, ਉਹ ਹਰੀ ਪ੍ਰਮਾਤਮਾ ਦੇ ਨਾਮ ਦੇ ਧਨ ਨੂੰ ਇਕੱਠਾ ਕਰਨ ਦੇ ਵਿੱਚ ਲੱਗੇ ਹੀ ਰਹਿੰਦੇ ਹਨ। ਰਾਮ ਨਾਮ ਬਿਨ ਕਵਨ ਹਮਾਰਾ। ਰਾਮ ਨਾਮ ਤੋਂ ਬਗੈਰ, ਪ੍ਰਮਾਤਮਾ ਵਾਹਿਗੁਰੂ ਤੋਂ ਬਗੈਰ ਕੌਣ ਸਾਡਾ ਹੈ ਰਖਵਾਲਾ? ਸੁਖ ਦੁਖ ਸਮ ਕਰ ਨਾਮ ਨ ਛੋਡੂ, ਆਪੇ ਬਖਸ਼ ਮਿਲਾਵਣ ਹਾਰਾ। ਜਿਨ੍ਹਾਂ ਨੂੰ ਨਾਮ, ਇਸ ਨਾਮ ਦੇ ਨਾਲ ਪਿਆਰ ਪੈ ਗਿਆ, ਪ੍ਰੇਮ ਪੈ ਗਿਆ, ਗੁਰਮੁਖ ਬਣ ਗਿਆ, ਉਹ ਕਹਿੰਦੇ ਉਹ ਦੁੱਖ ਤੇ ਸੁੱਖ ਨੂੰ ਇੱਕ ਬਰੋਬਰ ਜਾਣਦੇ ਨੇ, ਸਮ ਕਰ ਇੱਕ ਬਰੋਬਰ ਜਾਣਦੇ ਨੇ। ਜੇ ਸੁੱਖ ਆ ਗਿਆ ਨਾਮ ਨਹੀਂ ਛੱਡ ਦਿੰਦੇ,
ਦੁੱਖ ਆ ਗਿਆ ਤੇ ਜ਼ਿਆਦਾ ਜਪਣਾ ਨਹੀਂ ਸ਼ੁਰੂ ਕਰ ਦਿੰਦੇ। ਇਹਨਾਂ ਦੋਨਾਂ ਨੂੰ ਇੱਕ ਬਰਾਬਰ ਕਰ ਰੱਖ ਕੇ ਕਦੀ ਨਾਮ ਨੂੰ ਨਹੀਂ ਛੱਡਦੇ। ਉਹ ਨਾਮ ਜਪੀ ਹੀ ਜਾਂਦੇ ਰਹਿੰਦੇ ਤੇ ਆਪੇ ਬਖਸ਼ ਮਿਲਾਵਣਹਾਰਾ ਤੇ ਮਨ ਦੇ ਵਿੱਚ ਆਸ ਧਾਰਨ ਕਰਕੇ ਬੈਠੇ ਹੁੰਦੇ ਨੇ। ਉਹ ਨਿਰੰਕਾਰ ਵਾਹਿਗੁਰੂ ਇੱਕ ਦਿਨ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ ਵਾਲੀ ਗੱਲ ਭਈ ਕਿਤੇ ਨਾ ਕਿਤੇ ਤਾਂ ਸਾਨੂੰ ਉਹ ਬਖਸ਼ਣਹਾਰਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਹੈ ਉਹ ਮਿਲ ਪਵੇਗਾ। ਰਹਾਓ ਕਨਕ ਕਾਮਨੀ ਹੇਤ ਗਵਾਰਾ ਦੁਬਦਾ ਲਾਗੇ ਨਾਮ ਵਿਸਾਰਾ। ਪਰ ਸੰਸਾਰ ਦੇ ਉੱਤੇ ਐਸੇ ਵੀ ਜੀਵ ਨੇ ਜਿਹੜੇ ਕਿ ਮਨਮੁਖ ਨੇ। ਉਹ ਸੋਨੇ ਦੇ ਨਾਲ ਕਾਮਨੀ ਕਹਿੰਦੇ ਨੇ ਔਰਤ, ਉਹਨਾਂ ਦੇ ਨਾਲ ਬਹੁਤ ਹੇਤ ਦਾ ਮਤਲਬ ਹੁੰਦਾ ਪਿਆਰ, ਬਹੁਤ ਮੋਹ ਉਹਨਾਂ ਦੇ ਨਾਲ ਉਹ ਪਾ ਕੇ ਬੈਠਾ ਹੈ। ਪਰ ਦੁਬਿਧਾ ਲਾਗੇ ਨਾਮ ਵਿਸਾਰਾ, ਪਰ ਉਹ ਦੁਬਿਧਾ ਦੇ ਵਿੱਚ, ਦਵੈਸ਼ ਦੇ ਵਿੱਚ, ਵਿਕਾਰਾਂ ਦੇ ਵਿੱਚ ਫਸਿਆ ਹੋਇਆ ਮੂਰਖ ਮਨ, ਜਿਹੜਾ ਮੂਰਖ ਪੁਰਸ਼ ਹੈ, ਉਹ ਪਰਮਾਤਮਾ ਨੂੰ ਭੁਲਾ ਕੇ ਬੈਠਾ ਹੋਇਆ ਹੈ। ਜਿਸ ਤੂੰ ਬਖਸ਼ੇ ਨਾਮ ਜਪਾਏ ਦੂਤ ਨਾ ਲਾਗ ਸਕੈ ਗੁਣ ਗਾਏ। ਜਿਸ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਜੀ ਤੁਸੀਂ ਬਖਸ਼ਦੇ ਹੋ, ਜਿਹਦੇ ਉੱਤੇ ਤੁਸੀਂ ਕਿਰਪਾ ਕਰਦੇ ਹੋ, ਉਹੀ ਇਸ ਸੰਸਾਰ ਦੇ ਉੱਤੇ ਨਾਮ ਜਪਦਾ ਹੈ। ਉਹਦੇ ਕੋਲੋਂ ਹੀ ਤੁਸੀਂ ਨਾਮ ਜਪਾਉਂਦੇ ਹੋ। ਦੂਤ ਨਾ ਲਾਗ ਸਕੇ ਗੁਣ ਗਾਏ। ਜਿਹੜੇ ਫਿਰ ਨਿਰੰਕਾਰ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਉਹਨਾਂ ਦੇ ਲਾਗੇ ਜਮ ਕਾਲ ਦੇ ਵਰਗੇ ਦੂਤ ਨਹੀਂ ਆ ਸਕਦੇ। ਹਰ ਗੁਰ ਦਾਤਾ ਰਾਮ ਗੋਪਾਲਾ ਜੋ ਪਾਵੇ ਤਿਉ ਰਾਖ ਦਿਆਲਾ। ਹਰ ਗੁਰ ਦਾਤਾ ਰਾਮ ਗੋਪਾਲਾ, ਉਹ ਪ੍ਰੀਤਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਪ੍ਰਤਪਾਲਨ ਕਰਨ ਵਾਲੇ ਦਾਤੇ ਹਨ। ਜੋ ਭਾਵੇ ਤਿਉ ਰੱਖੋ ਦਿਆਲਾ। ਹੈ ਅਕਾਲ ਪੁਰਖ ਸਾਡੀ ਅਰਦਾਸ ਬੇਨਤੀ ਹੈ, ਜਦੋਂ ਆਪ ਜੀ ਨੂੰ ਪਾਉਂਦਾ ਹੈ ਉਦਾਂ ਹੀ ਸਾਨੂੰ ਰੱਖੋ, ਪਰ ਰੱਖੋ ਆਪਣੇ ਚਰਨਾਂ ਦੇ ਵਿੱਚ। ਗੁਰਮੁਖ ਰਾਮ ਮੇਰੇ ਮਨ ਪਾਇਆ ਰੋਗ ਮਿਟੇ ਦੁੱਖ ਠਾਕ ਰਹਾਇਆ। ਗੁਰਮੁਖ ਕਹਿੰਦੇ ਨੇ ਵੀ ਉਹ ਸਭ ਦੇ ਵਿੱਚ ਰਮਿਆ ਹੋਇਆ ਰਾਮ ਵਾਹਿਗੁਰੂ ਨਿਰੰਕਾਰ ਜੀ ਮੇਰੇ ਮਨ ਨੂੰ ਬਹੁਤ ਸੋਹਣਾ ਲੱਗਦਾ ਹੈ। ਜਿਹਦੀ ਕਿਰਪਾ ਦੇ ਨਾਲ ਰੋਗ ਮਿਟ ਗਿਆ, ਸੋਗ ਮਿਟ ਗਿਆ ਤੇ ਇਹ ਜਿਹੜਾ ਮਨ ਹੈ ਇਹਨੂੰ ਅਸੀਂ ਹਰ ਪਾਸਿਓਂ ਤੋਂ ਰੋਕ ਕੇ ਸਹੀ ਘਰ ਦੇ ਵਿੱਚ ਠਹਿਰਾ ਲਿਆ ਹੈ। ਅਵਰ ਨਾ ਔਖਦ ਤੰਤ ਨ ਮੰਤਾ ਹਰ ਹਰ ਸਿਮਰਨ ਕਿਲ ਵਿਖ ਹੰਤਾ। ਇਹ ਨਿਸ਼ਚਾ ਕਰੋ ਗੁਰਮੁਖ ਪਿਆਰਿਓ ਵੀ ਹੋਰ ਕੋਈ ਮੰਤਰ ਨਹੀਂ ਜਿਹੜਾ ਕਿ ਜਨਮ ਜਨਮਾਂਤਰਾਂ ਦੇ ਰੋਗ ਖਤਮ ਕਰ ਸਕੇ। ਇੱਥੇ ਆਏ ਹੋ ਰੋਗਾਂ ਨੂੰ, ਸੰਸਾਰ ਤੇ ਰਹਿੰਦਿਆਂ ਨੂੰ ਰੋਗਾਂ ਨੂੰ ਖਤਮ ਕਰ ਸਕੇ। ਇਹ ਕੋਈ ਹੋਰ ਮੰਤਰ ਜੰਤਰ ਜਿਹੜਾ ਹੈ ਉਹ ਵੀ ਇਹਦੇ ਤਾਈਂ ਨਹੀਂ ਪਹੁੰਚ ਸਕਦਾ। ਜੰਤਰ ਮੰਤਰ ਵੀ ਫੇਲ ਹੋ ਜਾਂਦੇ ਨੇ, ਪਰ ਨਾਮ ਜਿਹੜਾ ਹੈ ਇਹ ਸਾਰਿਆਂ ਦਾ ਦਾਰੂ ਬਣ ਜਾਂਦਾ, ਸਾਰੇ ਲੋਕਾਂ ਦਾ ਦਾਰੂ ਇਹ ਬਣ ਜਾਂਦਾ ਤੇ ਲਾਗੇ ਵੀ ਨਹੀਂ ਆਉਣ ਦਿੰਦਾ। ਹਰ ਹਰ ਸਿਮਰਨ ਕਿਲ ਵਿਖਾਂਤਾ। ਉਹ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਸਿਮਰਨ ਕਰਨ ਦੇ ਨਾਲ ਜਿਹੜੇ ਕਿਲ ਵਿਖ ਨੇ, ਜਿਹੜੇ ਪਾਪ ਹੁੰਦੇ ਨੇ, ਹਉਮੈ ਵਰਗੇ ਹੋਰ ਅਨੇਕਾਂ ਤਰ੍ਹਾਂ ਦੇ ਪਾਪਾਂ ਦੀ ਬੜੀ ਵਾਰ ਆਪਾਂ ਉਹਦੀਆਂ ਗੱਲਾਂ ਕਰ ਚੁੱਕੇ ਹਾਂ, ਉਹ ਸਾਰਿਆਂ ਨੂੰ ਇਹ ਨਾਸ਼ ਕਰਨ ਵਾਲਾ, ਇੰਨੀ ਤਾਕਤ ਰੱਖਣ ਵਾਲਾ ਹੈ। ਤੂੰ ਆਪ ਭੁਲਾਵੇਂ ਨਾਮ ਵਿਸਾਰ ਤੂੰ ਆਪੇ ਰੱਖੇ ਕਿਰਪਾ ਧਾਰ। ਵਾਹਿਗੁਰੂ ਇਹ ਤੇਰੀ ਰਜ਼ਾ ਹੈ। ਕਈਆਂ ਨੂੰ ਤਾਂ ਤੁਸੀਂ ਭੁਲਾ ਕੇ, ਨਾਮ ਭੁਲਾ ਕੇ ਉਹਨਾਂ ਨੂੰ ਤੁਸੀਂ ਆਪ ਵੀ ਭੁੱਲ ਜਾਂਦੇ ਹੋ, ਵਿਸਾਰ ਦਿੰਦੇ ਹੋ ਉਹਨਾਂ ਨੂੰ। ਤੇ ਕਈਆਂ ਦੇ ਉੱਤੇ ਤੁਸੀਂ ਆਪ ਕਿਰਪਾ ਕਰਕੇ ਉਹਨਾਂ ਨੂੰ ਪ੍ਰਮਾਤਮਾ ਜੀ ਆਪ ਹੀ ਨਾਮ ਦੇ ਵਿੱਚ ਜੋੜ ਦਿੰਦੇ ਹੋ। ਰੋਗ ਪਰਮ ਭੇਦ ਮਨ ਦੂਜਾ ਗੁਰ ਬਿਨ ਭਰਮ ਜਪੈ ਜਪ ਦੂਜਾ। ਜਿਹੜਾ ਅਗਿਆਨ ਰੂਪੀ ਰੋਗ ਹੈ, ਹਨੇਰਾ ਹੈ, ਅਗਿਆਨ ਨੂੰ ਹਨੇਰਾ ਵੀ ਆਖਿਆ ਹੈ ਔਰ ਇਹਨੂੰ ਅੰਧਾ ਖੂਹ ਵੀ ਆਖਿਆ ਹੈ। ਕਹਿੰਦੇ ਰੋਗ ਭਰਮ ਭੇਦ ਮਨ ਦੂਜਾ। ਜਦੋਂ ਪ੍ਰਮਾਤਮਾ ਤੋਂ ਜਿਹੜੇ ਜੀਵ ਟੁੱਟੇ ਹੋਏ ਨੇ ਉਹ ਤਾਂ ਅਗਿਆਨਤਾ ਵਾਲੇ ਰੋਗ ਦੇ ਵਿੱਚ ਫਸੇ ਨੇ, ਭੇਦਾਂ ਵਾਲੇ ਰੋਗ ਦੇ ਵਿੱਚ, ਭਰਮਾਂ ਦੇ ਵਿੱਚ ਫਸੇ ਹੋਏ ਨੇ, ਉਹ ਕਰਮ ਕਾਂਡਾਂ ਦੇ ਵਿੱਚ ਵੀ ਫਸੇ ਹੋਏ ਨੇ। ਗੁਰ ਬਿਨ ਭਰਮ ਜਪੇ ਜਪ ਦੂਜਾ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਤੇ ਨਾਮ ਤੋਂ ਬਗੈਰ ਹੋਰ ਅਨੇਕਾਂ ਤਰ੍ਹਾਂ ਦੇ ਕਰਮ ਕਰੀ ਜਾਂਦੇ ਨੇ, ਪਰ ਉਹਨਾਂ ਦੇ ਰਾਹੀਂ ਜਿਹੜੇ ਰੋਗ ਨੇ ਉਹ ਦੂਰ ਨਹੀਂ ਹੁੰਦੇ, ਉਹ ਚੁੰਬੜੇ ਹੀ ਰਹਿੰਦੇ ਹਨ। ਆਦ ਪੁਰਖ ਗੁਰ ਦਰਸ਼ਨ ਦੇਖੈ ਬਿਨ ਗੁਰ ਸ਼ਬਦੈ ਜਨਮ ਕੇ ਲੇਖੈ। ਸੋ ਸੰਸਾਰ ਦੇ ਉੱਤੇ ਜਦੋਂ ਤੋਂ ਜੀਵ ਆਇਆ ਅੰਤ ਤੱਕ ਉਹ ਵਾਹਿਗੁਰੂ ਨਿਰੰਕਾਰ ਦੇ ਰਾਸਤੇ ਤੇ ਤੁਰਿਆ ਹੀ ਨਹੀਂ। ਮਨਮੁਖਾਂ ਵਾਲਾ ਜੀਵਨ ਇਹ ਬਤੀਤ ਕਰਿਆ। ਬਿਨ ਗੁਰ ਸ਼ਬਦੇ ਜਨਮ ਕੇ ਲੇਖੇ। ਗੁਰੂ ਨਿਰੰਕਾਰ ਦੇ ਸਿਮਰਨ ਤੋਂ ਬਗੈਰ, ਗੁਰੂ ਨਿਰੰਕਾਰ ਦੇ ਦੱਸੇ ਮਾਰਗ ਤੋਂ ਬਗੈਰ ਜਿਹੜੇ ਪਾਸੇ ਇਹ ਮਨ ਸੰਸਾਰ ਵੱਲ ਨੂੰ ਜੀਵ ਤੁਰਿਆ ਰਹਿੰਦਾ,
ਕਹਿੰਦੇ ਵੀ ਇਸ ਕਰਕੇ ਉਹ ਜਿਹੜਾ ਇਹਦਾ ਜਨਮ ਜਿਹੜਾ ਮਾਇਆ ਮੋਹ ਦੇ ਵਿੱਚ ਫਸਿਆ ਹੋਇਆ, ਉਹ ਕਿਸੇ ਵੀ ਲੇਖੇ ਦੇ ਵਿੱਚ ਨਹੀਂ, ਉਹ ਸਦਾ ਹੀ ਇਥੋਂ ਜਨਮ ਗੁਆ ਕੇ ਬੇਅਰਥ ਗੁਆਰ ਕੇ ਸੰਸਾਰ ਤੋਂ ਜਾਂਦਾ ਹੈ। ਦੇਖ ਆਚਰਜ ਰਹੇ ਬਿਸਮਾਦ, ਕਟ ਕਟ ਸੁਰ ਨਰ ਸਹਿਜ ਸਮਾਦ। ਕਹਿੰਦੇ ਉਹ ਪ੍ਰਮਾਤਮਾ ਵਾਹਿਗੁਰੂ ਜਿਹੜਾ ਸਾਰੇ ਘਟਾਂ ਦੇ ਵਿੱਚ ਵਿਆਪਕ ਹੈ, ਸਾਰਿਆਂ ਦੇ ਅੰਦਰ ਉਹ ਆਪ ਰਮਿਆ ਹੋਇਆ ਹੈ। ਕਹਿੰਦੇ ਜਿਸ ਵੇਲੇ ਸਮਾਧੀ ਲਾ ਕੇ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਨਾ, ਤੇ ਅਸੀਂ ਬਸਮਾਦ ਹੋ ਜਾਂਦੇ ਹਾਂ, ਅਚਰਜ ਹੋ ਜਾਂਦੇ। ਸਾਡੇ ਖਿਆਲ ਜਿਹੜੇ ਨੇ ਜੇ ਸਾਡੇ ਕੋਲ ਉਹ ਗਿਆਨ ਹੀ ਨਹੀਂ ਹੁੰਦਾ ਕਿਸ ਤਰ੍ਹਾਂ ਅਸੀਂ ਉਹਦੀ ਵਡਿਆਈ ਕਰ ਸਕੀਏ। ਘਟ ਘਟ ਸੁਰ ਨਾਲ ਸਹਿਜ ਸਮਾਦ। ਕਹਿੰਦੇ ਇਹ ਵੀ ਖਿਆਲ ਰੱਖਿਓ ਕਿ ਹਰ ਘਟ ਦੇ ਵਿੱਚ ਜਿੱਥੇ ਉਹ ਆਪ ਵਿਆਪਕ ਹੈ, ਆਪ ਵਸਿਆ ਹੋਇਆ ਹੈ, ਉਹਨਾਂ ਸਾਰਿਆਂ ਦੇ ਵਿੱਚ ਜਿੰਨੇ ਵੀ ਓਧ ਨੇ, ਉਹਨਾਂ ਦੇ ਵਿੱਚ ਮਾਂ ਨਿਰੰਕਾਰ ਸੱਚੇ ਪਾਤਸ਼ਾਹ ਦਾ ਜਿਹੜਾ ਅਨਹਦ ਸ਼ਬਦ ਹੈ ਉਹ ਵੀ ਵਸਿਆ ਹੋਇਆ ਹੈ। ਇਸ ਤਰ੍ਹਾਂ ਜਦੋਂ ਸਾਨੂੰ ਗਿਆਨ ਹੋ ਜਾਂਦਾ, ਅਸੀਂ ਉਹ ਪਰਮਾਤਮਾ ਨੂੰ ਅੰਦਰੋਂ ਦੇਖ ਕੇ ਬਿਸਮਾਦ ਰੂਪੇ ਅਚਰਜ ਹੋ ਜਾਂਦੇ ਹਾਂ। ਪਰਪੁਰ ਤਾਰ ਰਹੇ ਮਨ ਮਾਹੀ, ਤੁਮ ਸਮਸਰ ਅਵਰ ਕੋ ਨਾਹੀ। ਤੇ ਫਿਰ ਉਹ ਅਰਦਾਸ ਬੇਨਤੀ ਕਰਦੇ ਨੇ ਕਿ ਭਰਪੂਰ ਧਾਰ, ਜਿਹੜਾ ਪੂਰਨ ਪ੍ਰਮਾਤਮਾ ਨਿਰੰਕਾਰ ਵਾਹਿਗੁਰੂ ਜੀ ਹੈ, ਜਿਹੜੇ ਸਾਰੇ ਜਗਤ ਨੂੰ ਬਣਾਉਣ ਵਾਲੇ ਨੇ, ਸਾਰੇ ਜਗਤ ਨੂੰ ਬਣਾ ਕੇ ਵਿੱਚ ਆਪ ਭਰਪੂਰ ਹੋ ਕੇ ਪੂਰਨ ਰੂਪ ਦੇ ਵਿੱਚ ਉਹਨਾਂ ਦੇ ਵਿੱਚ ਵਸੇ ਹੋਏ ਨੇ। ਤਾਂ ਇਸ ਤਰ੍ਹਾਂ ਇਹ ਅਸੀਂ ਮਨ ਦੇ ਵਿੱਚ ਇਸ ਗਿਆਨ ਨੂੰ ਟਿਕਾ ਲੈਂਦੇ ਹਾਂ। ਭਰਪੂਰ ਧਾਰ ਰਹੇ ਮਨ ਮਾਹੀ, ਇਸ ਮਨ ਦੇ ਵਿੱਚ ਅਸੀਂ ਵੀ ਇਹ ਅਨੁਭਵ ਕਰ ਲੈਂਦੇ ਵੀ ਸਾਡੇ ਅੰਦਰ ਵੀ ਪ੍ਰਮਾਤਮਾ ਵਾਹਿਗੁਰੂ ਜੀ ਹੈ। ਤੂੰ ਸੰਸਰ ਔਰ ਕੋ ਨਹੀਂ। ਫਿਰ ਅਸੀਂ ਇਹ ਕਹਿੰਦੇ ਹਾਂ, ਅਰਦਾਸ ਨਿਕਲਦੀ ਸਾਡੇ ਅੰਦਰੋਂ, ਉਹ ਜਿੱਥੇ ਅਸੀਂ ਉਹਨੂੰ ਬੇਅੰਤ ਦਿਆਲੂ ਕਿਰਪਾਲੂ ਹੋਰ ਨਾਵਾਂ ਦੇ ਨਾਲ ਯਾਦ ਕਰਦੇ ਹਾਂ, ਉੱਥੇ ਇਹ ਕਹਿੰਦੇ ਆ ਕਿ ਤੂੰ ਤੇਰੇ ਵਰਗਾ ਹੋਰ ਦੁਨੀਆ ਦੇ ਉੱਤੇ ਕੋਈ ਨਹੀਂ ਹੈ ਮਾਲਕ ਸੱਚੇ ਪਾਤਸ਼ਾਹ ਜੀ। ਜਾ ਕੀ ਭਗਤ ਹੇਤ ਮੁਖ ਨਾਮ, ਸੰਤ ਭਗਤ ਕੀ ਸੰਗਤ ਰਾਮ। ਜਿਸ ਦਾ ਮੁਖ, ਜਿਸ ਦਾ ਸਭ ਤੋਂ ਪਹਿਲਾ ਕਰਤੱਵ ਬਣ ਗਿਆ, ਕੰਮ ਇਹ ਬਣ ਗਿਆ ਕਿ ਉਸ ਅੰਮ੍ਰਿਤ ਵੇਲੇ ਉੱਠ ਕੇ ਜਾਂ ਸਵਾ ਪਹਿਰ ਉੱਠ ਕੇ ਉਸ ਦੀ ਭਗਤੀ ਦੇ ਵਿੱਚ ਲੱਗ ਕੇ ਮੁਖ ਦੇ ਵਿੱਚੋਂ ਜੀਭਾ ਦੇ ਰਾਹੀਂ ਉਹ ਪ੍ਰਮਾਤਮਾ ਦਾ ਨਾਮ ਜਪਦਾ ਹੈ। ਸੰਤ ਭਗਤ ਕੀ ਸੰਗਤ ਰਾਮ। ਕਹਿੰਦੇ ਉਹ ਜਿਹੜਾ ਜੀਵ ਹੈ ਉਹਦੀ ਸੰਗਤ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਉਹ ਸੰਤ ਵੀ ਬਣਦਾ ਤੇ ਭਗਤ ਦੀ ਵੀ ਉਹ ਪਦਵੀ ਪ੍ਰਾਪਤ ਕਰ ਲੈਂਦਾ। ਕਹਿੰਦੇ ਕਿ ਉਹ ਹਰ ਵੇਲੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਜਿਹੜੇ ਬਖਸ਼ੇ ਹੋਏ ਨੇ ਸੰਤ ਮਹਾਤਮਾ ਜਿਹੜੇ ਭਗਤ ਨੇ, ਉਹਨਾਂ ਦੀ ਸੰਗਤ ਦੇ ਵਿੱਚ ਹੀ ਹਰ ਵੇਲੇ ਬੈਠਦਾ ਹੈ। ਸੰਗਤ ਦੇ ਵਿੱਚ ਬੈਠ ਕੇ ਉਹਨਾਂ ਦੇ ਕੋਲੋਂ ਨਾਮ ਦੀ ਪ੍ਰਾਪਤੀ ਕਰਕੇ ਨਿਰੰਕਾਰ ਦੀ ਉਸਤਤ ਵਡਿਆਈ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਬੰਧਨ ਤੋਰੇ ਸਹਿਜ ਧਿਆਨ, ਛੂਟੈ ਗੁਰਮੁਖ ਹਰ ਗੁਰ ਗਿਆਨ। ਸਹਿਜ ਦਾ ਮਤਲਬ ਇੱਥੇ ਨਿਰੰਕਾਰ ਜੀ ਅਡੋਲਤਾ ਕਰਦੇ ਨੇ। ਅਡੋਲਤਾ ਕਹਿੰਦੇ ਉਹ ਸਾਰੇ ਜਿਹੜੇ ਮੋਹ ਮਾਇਆ ਦੇ ਬੰਧਨ ਨੇ, ਸੰਸਾਰ ਦੇ ਬੰਧਨ ਨੇ, ਜਿਹੜੇ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਣ ਵਾਲੇ ਕਰਮ ਨੇ, ਉਹਨਾਂ ਸਾਰਿਆਂ ਨੂੰ ਤੋੜ ਦਿੰਦਾ, ਖਤਮ ਕਰ ਦਿੰਦਾ ਹੈ। ਤੇ ਉਹ ਅਡੋਲਤਾ ਦੇ ਵਿੱਚ ਧਿਆਨ ਜੋੜ ਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਨਾਲ ਜੀਵ ਬੈਠ ਜਾਂਦਾ ਹੈ। ਛੂਟੇ ਗੁਰਮੁਖ ਹਰ ਗੁਣ ਗਿਆਨ। ਇਹ ਮੋਹ ਮਾਇਆ ਦੇ ਜਿਹੜੇ ਬੰਧਨ ਪਏ ਹੋਏ ਨੇ, ਇਹਨਾਂ ਦੇ ਕੋਲੋਂ ਗੁਰਮੁਖ ਜਿਹੜੇ ਨੇ ਉਹ ਵਾਹਿਗੁਰੂ ਨਿਰੰਕਾਰ ਦੇ ਕੋਲੋਂ ਗਿਆਨ ਲੈ ਕੇ ਛੁੱਟ ਜਾਂਦੇ ਹਨ। ਨਾ ਜਮਦੂਤ ਦੁਖ ਤਿਸ ਲਾਗੈ, ਸੋ ਜਨ ਰਾਮ ਨਾਮ ਲਿਵ ਜਾਗੈ। ਜਿਹੜਾ ਜੀਵ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਗਿਆ ਭਾਈ, ਉਹਨੂੰ ਜਮਦੂਤ ਕਿਸੇ ਤਰ੍ਹਾਂ ਦਾ ਵੀ ਦੁੱਖ ਨਹੀਂ ਦੇ ਸਕਦੇ, ਲਾਗੇ ਤੱਕ ਨਹੀਂ। ਜਮਦੂਤਾਂ ਨੂੰ ਮਾਲਕ ਹਦਾਇਤ ਦਿੰਦਾ, ਦੇਖੀ ਉਹ ਭੁੱਲ ਕੇ ਨਾ ਉੱਥੇ ਜਾ ਵੜੀ, ਤੈਨੂੰ ਕਾਬੂ ਕਰ ਲੈਣਗੇ ਉਹ। ਕਹਿੰਦੇ ਵੀ ਦੇਖ ਭੁੱਲ ਕੇ ਵੀ ਨਾ ਉੱਥੇ ਜਾਈ। ਜੋ ਜਨ ਰਾਮ ਨਾਮ ਲਿਵ ਜਾਗੇ, ਜਿਹੜੇ ਪ੍ਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚ ਜਾਗੇ ਨੇ, ਨਾਮ ਦੇ ਵਿੱਚ ਸੁਚੇਤ ਨੇ, ਨਾਮ ਦੇ ਨਾਲ ਜੁੜੇ ਹੋਣ, ਉਹ ਜਮਦੂਤ ਕਾਲ ਔਰ ਮਾਇਆ ਦੇ ਹੋਰ ਜਿਹੜੇ ਮੋਹ ਦੇ ਜਿਹੜੇ ਬੰਧਨ ਨੇ, ਤੁਸੀਂ ਭੁੱਲ ਕੇ ਵੀ ਉੱਥੇ ਨਾ ਜਾ ਬੈਠਿਓ, ਕਿਉਂਕਿ ਉਹ ਤੁਹਾਨੂੰ ਉੱਤੇ ਕਾਬੂ ਕਰ ਲਊ, ਤੁਹਾਨੂੰ ਕੈਦ ਕਰ ਲੂਗਾ ਗੁਰਮੁਖ। ਕਿਉਂਕਿ ਉਸ ਨਾਮ ਦੇ ਵਿੱਚ, ਉਹ ਗੁਰਮੁਖ ਦੇ ਵਿੱਚ ਇੰਨੀ ਸ਼ਕਤੀ ਨਿਰੰਕਾਰ ਜੀ ਭਰ ਦਿੰਦੇ ਹਨ। ਭਗਤ ਵਸ਼ਲ ਭਗਤਾਂ ਹਰ ਸੰਗ, ਨਾਨਕ ਮੁਕਤ ਪਏ ਹਰ ਰੰਗ। ਜਿਹੜੇ ਬੰਦਗੀ ਕਰਨ ਵਾਲੇ ਹੁੰਦੇ ਨੇ, ਉਹ ਬੰਦਗੀ ਵਾਲਿਆਂ ਦੇ ਨਾਲ ਹੀ ਆਪਣਾ ਸਾਰੇ ਸੰਬੰਧ ਬਣਾਉਂਦੇ ਨੇ, ਉਹਨਾਂ ਦੇ ਨਾਲ ਹੀ ਸੰਬੰਧ ਬਣਾਉਂਦੇ ਨੇ। ਉਹਨਾਂ ਦੇ ਅੰਗ ਸੰਗ ਅਕਾਲ ਪੁਰਖ ਵੀ ਰਹਿੰਦਾ ਹੈ। ਤੇ ਫਿਰ ਨਾਨਕ ਮੁਕਤ ਪਏ ਹਰ ਰੰਗ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਜੀਵ ਹਰੀ ਪ੍ਰਮਾਤਮਾ ਦੇ ਰੰਗ ਦੇ ਵਿੱਚ ਰਹਿ ਕੇ
ਮਜੀਠਾ ਰੰਗ ਚਾੜ ਕੇ ਅੰਮ੍ਰਿਤ ਛਕ ਕੇ, ਜਿਹੜਾ ਅੰਦਰੋਂ ਵੀ ਅੰਮ੍ਰਿਤ ਪ੍ਰਾਪਤ ਹੁੰਦਾ ਉਹ ਛਕ ਕੇ ਇੱਥੇ ਪ੍ਰੇਮ ਕਰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਨਾਲ। ਪ੍ਰੇਮ ਕਰਦੇ ਕਰਦੇ ਮੁਕਤ ਹੋ ਕੇ ਸੰਸਾਰ ਤੇ ਵਡਿਆਈਆਂ ਪਾਉਂਦੇ ਨੇ, ਮੁਕਤ ਹੋ ਕੇ ਸੰਸਾਰ ਤੋਂ ਜਾਂਦੇ ਹਨ। ਆਸਾ ਮਹਿਲਾ ਪਹਿਲਾ ਇੱਕ ਤੁਕੀ, ਗੁਰ ਸੇਵੇ ਸੋ ਠਾਕੁਰ ਜਾਣੈ, ਦੁੱਖ ਮਿਟੈ ਸੱਚ ਸ਼ਬਦ ਪਛਾਨੈ। ਭਾਈ ਜਦੋਂ ਸੇਵਾ ਕਰਦੇ ਆ ਨਾ, ਕਹਿੰਦੇ ਜਦੋਂ ਤੁਸੀਂ ਸੇਵਾ ਕਰਨ ਜਾਂਦੇ ਹੋ, ਕਿਤੇ ਵੀ ਸੇਵਾ ਕਰਦੇ ਹੋ, ਕਹਿੰਦੇ ਉਸ ਵੇਲੇ ਉਸ ਠਾਕਰ ਨੂੰ, ਉਹ ਠਾਕਰ ਉਹ ਪ੍ਰਮਾਤਮਾ ਵਾਹਿਗੁਰੂ, ਉਸ ਨੂੰ ਆਪਣੇ ਨਾਲ ਜਾਣੋ, ਅੰਗ ਸੰਗ ਜਾਣੋ, ਉਸ ਪ੍ਰਮਾਤਮਾ ਨੂੰ ਦੂਰ ਨਾ ਜਾਣੋ। ਉਹ ਤੁਹਾਡੀ ਸੇਵਾ ਦੇਖ ਰਹੇ ਹੁੰਦੇ ਉਸ ਵੇਲੇ। ਮਾਲਕ ਸੱਚੇ ਪਾਤਸ਼ਾਹ ਜੀ ਇਹ ਵੀ ਦੇਖਦੇ ਹੁੰਦੇ ਵੀ ਇਹ ਸੇਵਾ ਕਿੱਦਾਂ ਕਰ ਰਿਹਾ, ਕਿਤੇ ਹਉਮੈ ਰੂਪ ਦੇ ਹਉਮੈ ਦੇ ਅਧੀਨ ਹੋ ਕੇ ਸੇਵਾ ਕਰਨਾ ਜਾਂ ਸੱਚਮੁੱਚ ਹੀ ਜਾਣ ਬਣ ਕੇ ਸੇਵਾ ਕਰਦਾ। ਇਸ ਕਰਕੇ ਪ੍ਰਮਾਤਮਾ ਨੂੰ ਕਦੀ ਦੂਰ ਨਹੀਂ ਜਾਣਨਾ। ਜਿਸ ਵੇਲੇ ਤੁਸੀਂ ਸੇਵਾ ਕਰਦੇ ਹੋ, ਦੁੱਖ ਮਿਟੇ ਸੱਚ ਸ਼ਬਦ ਪਛਾਣੇ। ਜਿਹੜੇ ਵੀ ਦੁੱਖ ਨੇ, ਦੁੱਖਾਂ ਦਾ ਬਹੁਤ ਵਾਰ ਆਪਾਂ ਗਿਆਨ ਇਕੱਠਾ ਕਰ ਚੁੱਕੇ ਹਾਂ, ਬਹੁਤ ਬੇਅੰਤ ਦੁੱਖ ਨੇ ਇਹਦੇ ਸੰਸਾਰ ਦੇ ਉੱਤੇ, ਉਹਨਾਂ ਨੂੰ ਜਿਹੜੇ ਪ੍ਰਮਾਤਮਾ ਤੋਂ ਟੁੱਟੇ ਹੋਏ ਨੇ, ਪਰ ਜਿਹੜੇ ਜੁੜੇ ਹੋਏ ਨੇ, ਇਹ ਜਿਹੜੇ ਦੁੱਖ ਰੋਗ ਸੁੱਖ ਸਾਰੇ ਵਾਹਿਗੁਰੂ ਜੀ ਉਹਨੇ ਖਤਮ ਕਰ ਦਿੰਦੇ ਹਨ। ਤੇ ਉਦੋਂ ਖਤਮ ਹੋ ਵੀ ਜਾਂਦੇ ਨੇ ਜਿਸ ਵੇਲੇ ਜੀਵ ਉਹ ਸੱਚੇ ਸ਼ਬਦ ਨੂੰ ਪਹਿਚਾਣ ਲੈਂਦਾ ਹੈ। ਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਣੀ। ਸੋ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ, ਜਨਮ ਮਰਨ ਦੇ ਵੱਡੇ ਦੁੱਖ ਨੂੰ ਖਤਮ ਕਰਨ ਵਾਲਾ ਜਿਹੜਾ ਪ੍ਰੀਤਮ ਵਾਹਿਗੁਰੂ ਆ, ਮੇਰੀ ਸਖੀਓ ਆਓ ਆਪਾਂ ਸਾਰੀਆਂ ਬੈਠ ਕੇ ਉਹਦੀ ਵਡਿਆਈ ਕਰੀਏ, ਉਹਦਾ ਨਾਮ ਜਪੀਏ। ਤੇ ਇੱਥੇ ਤੱਕ ਆਪਾਂ ਮਨ ਦੇ ਵਿੱਚ ਆਸਾ ਲਾਈਏ, ਅਕਾਲ ਪੁਰਖ ਮੂਹਰੇ ਅਰਦਾਸਾਂ ਕਰੀਏ ਕਿ ਅਸੀਂ ਆਪਣੇ ਪ੍ਰੀਤਮ ਨੂੰ ਅੱਖਾਂ ਦੇ ਨਾਲ ਦੇਖ ਲਈਏ, ਇਹਨਾਂ ਨੇਤਰਾਂ ਦੇ ਨਾਲ ਦੇਖ ਲਈਏ। ਰਹਾਓ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ। ਜਿਹੜੇ ਸਾਨੂੰ ਪ੍ਰਮਾਤਮਾ ਦੇ ਨਾਲ ਨਹੀਂ ਜੁੜਨ ਦਿੰਦੇ, ਹੁਣ ਥੋੜਾ ਜਿਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਖੁਲਾਸਾ ਕਰਦੇ ਨੇ, ਪਰ ਖਿਆਲ ਕਰਿਓ ਇਹ ਇੱਥੇ ਉਹ ਇਹ ਨਹੀਂ ਕਹਿੰਦੇ ਵੀ ਤੁਸੀਂ ਉਹਨਾਂ ਦੇ ਨਾਲ ਨਾਤਾ ਤੋੜ ਲਓ, ਨਹੀਂ ਕਹਿੰਦੇ ਜਿਹੜੇ ਸੰਸਾਰ ਦੇ ਉੱਤੇ ਮਾਤ ਪਿਤਾ ਹੈ ਉਹ ਵੀ ਬੰਧਨ ਨੇ, ਤੁਹਾਡੇ ਬੰਧਨ ਰੂਪੀ ਹੀ ਹਨ। ਤੇ ਬੰਧਨ ਰੂਪੀ ਹੀ ਤੁਹਾਡੀ ਜਿਹੜੀ ਕੰਨਿਆ ਔਰ ਨਾਰ ਹੈ, ਕੰਨਿਆ ਬੱਚੀ ਤੇ ਨਾਰ ਘਰ ਵਾਲੀ, ਬੰਧਨ ਰੂਪ ਹੀ ਹੈ। ਹੁਣ ਬੰਧਨ ਰੂਪ ਇਦੂ ਚੀਜ਼ ਦੇ ਨਾਲ ਹੈ ਜੇ ਸਾਡਾ ਪੱਕਾ ਹੀ ਮੋਹ ਇਹਨਾਂ ਦੇ ਨਾਲ ਪੈ ਗਿਆ, ਪਰ ਜੇ ਅਸੀਂ ਉਸ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਇਹਨਾਂ ਨੂੰ ਦੇਖਾਂਗੇ, ਇਹਨਾਂ ਦੇ ਨਾਲ ਸਾਡਾ ਜਿਹੜਾ ਮੋਹ ਪਿਆ ਹੋਏਗਾ, ਉਹ ਮੋਹ ਇਦੂ ਰੂਪ ਦੇ ਵਿੱਚ ਹੋਏਗਾ ਕਿ ਸਾਨੂੰ ਜਦੋਂ ਕਦੋਂ ਕੋਈ ਇਹਨਾਂ ਦੇ ਰਾਹੀਂ ਦੁੱਖ ਆਵੇ ਤਾਂ ਸਾਨੂੰ ਉਹ ਦੁੱਖ ਮਹਿਸੂਸ ਨਾ ਹੋ ਸਕੇ। ਸੋ ਉਦੋਂ ਇਹ ਬੰਧਨ ਨਹੀਂ ਰਹਿੰਦੇ, ਇਹ ਉਸ ਵੇਲੇ ਸਾਡੇ ਸਹਾਇਕ ਬਣ ਜਾਂਦੇ ਹਨ। ਜੇ ਕਿਸੇ ਦਾ ਮਾਤ ਪਿਤਾ ਮਾਂ ਬਾਪ ਬੰਦਗੀ ਕਰਨ ਵਾਲਾ ਹੋਵੇ ਤੇ ਉਹਦਾ ਪੁੱਤਰ ਜਿਹੜਾ ਹੈ, ਉਹ ਪੁੱਤਰ ਨੂੰ ਵੀ ਮਾਂ ਬਾਪ ਬੰਧਨ ਨਹੀਂ ਬਣਦੇ ਭਾਈ, ਉਹ ਤਾਂ ਉਹਦੇ ਸਖਾ ਬਣ ਜਾਂਦੇ ਨੇ, ਮਿੱਤਰ ਬਣ ਜਾਂਦੇ ਨੇ। ਜਿਹਦੀ ਇਸਤਰੀ ਜਾਂ ਉਹ ਬੱਚੀ ਨਾਮ ਜਪਣ ਵਾਲੀ ਹੋਵੇ, ਸੇਵਾ ਕਰਨ ਵਾਲੀ ਹੋਵੇ, ਉਹ ਵੀ ਉਹਦੀ ਬੰਧਨ ਨਹੀਂ ਬਣਦੀ ਹੈ। ਬੰਧਨ ਉਦੋਂ ਹੀ ਬਣਦੇ ਜਿਸ ਵੇਲੇ ਅਸੀਂ ਮਨਮੁਖਾਂ ਵਾਲਾ ਜੀਵਨ ਬਤੀਤ ਕਰਦੇ ਹਾਂ, ਪਰਮਾਤਮਾ ਨੂੰ ਭੁੱਲ ਜਾਂਦੇ, ਸਿਰਫ ਇਹਨਾਂ ਦੇ ਨਾਲ ਹੀ ਮੋਹ ਪਾ ਕੇ ਰੱਖਦੇ ਹਾਂ। ਬੰਧਨ ਕਰਮ ਧਰਮ ਹਉ ਕੀਆ, ਬੰਧਨ ਪੁੱਤ ਕਲਤ ਮਨ ਥੀਆ। ਜਿਹੜੇ ਅਸੀਂ ਨਾਮ ਜਪਣ ਤੋਂ ਬਗੈਰ ਜਿਹੜੇ ਕਰਮ ਧਰਮ ਕਰਦੇ ਆ, ਇਹ ਵੀ ਸਾਰੇ ਬੰਧਨ ਰੂਪੀ ਹੀ ਹਨ। ਮਾਇਆ ਦੇ ਬੰਧਨ ਨੇ, ਇਹ ਸਾਰੇ ਮਾਇਆ ਦੇ ਵੱਖਰੇ ਵੱਖਰੇ ਰੂਪ ਨੇ, ਇਹ ਸਾਰੇ ਬੰਧਨ ਨੇ। ਜਦੋਂ ਅਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ, ਪਰਮਾਤਮਾ ਦੀ ਸੇਵਾ ਨਹੀਂ ਕਰਦੇ, ਉਦੋਂ ਭਾਵੇਂ ਅਸੀਂ ਬੜੇ ਬਹੁਤ ਜਪ ਤਪ ਕਰਵਾ ਲੈਂਦੇ ਹਾਂ, ਬੜਾ ਦਾਨ ਪੁੰਨ ਵੀ ਕਰ ਲੈਂਦੇ ਹਾਂ, ਪਰ ਉਹਨਾਂ ਦੇ ਰਾਹੀਂ ਸਾਡੇ ਅੰਦਰ ਹਉਮੈ ਆ ਜਾਂਦੀ ਹੈ। ਸੋ ਇਹ ਬੰਧਨ ਬਣ ਜਾਂਦੇ ਨੇ। ਬੰਧਨ ਪੁੱਤ ਕੁਲਤ ਮਨ ਬੀਆ, ਜਿਹੜੇ ਇਹ ਪੁੱਤਰ ਵੀ ਨੇ, ਜਿਹੜਾ ਇਹ ਜਿਹੜੀ ਇਸਤਰੀ ਵੀ ਹੈ, ਇਹ ਵੀ ਕਈ ਵਾਰ ਸਾਡੇ ਮਨ ਦੇ ਵਿੱਚ ਦਵੈਸ਼ ਪ੍ਰਗਟ ਕਰ ਦਿੰਦੀਆਂ ਹਨ। ਸੋ ਇਹ ਉਸ ਵੇਲੇ ਸਾਡੇ ਬੰਧਨ ਬਣ ਜਾਂਦੇ ਨੇ। ਪਰ ਜੇ ਇਹ ਸਾਰੇ ਸਾਡੇ ਨਾਲ ਜੁੜ ਕੇ ਪ੍ਰਮਾਤਮਾ ਦਾ ਸਾਨੂੰ ਗਿਆਨ ਦੇਣ, ਪ੍ਰਮਾਤਮਾ ਦੇ ਨਾਲ ਜੋੜਨ, ਉਹ ਪ੍ਰਮਾਤਮਾ ਦੇ ਨਾਲ ਜੁੜੇ ਹੋਣ, ਫਿਰ ਉਸ ਵੇਲੇ ਇਹ ਸਾਡੇ ਬੰਧਨ ਨਹੀਂ ਬਣਦੇ, ਉਸ ਵੇਲੇ ਇਹ ਸਾਡੇ ਸਖੇ ਬਣ ਜਾਂਦੇ ਨੇ, ਮਿੱਤਰ ਬਣ ਜਾਂਦੇ ਹਨ। ਬੰਧਨ ਕਿਰਖੀ ਕਰੇ ਕਿਰਸਾਨ, ਹਉਮੈ ਡਨ ਸਹਿ ਰਾਜਾ ਮੰਗੈ ਦਾਨ। ਪਰਮਾਤਮਾ ਨੂੰ ਭੁੱਲ ਕੇ ਜ਼ਿਮੀਂਦਾਰ ਵੀ ਜੇ ਖੇਤੀ ਕਰਦਾ ਤੇ ਖੇਤੀ ਦੇ ਨਾਲ ਮੋਹ ਪਾ ਲੈਂਦਾ ਨਾ, ਤੇ ਉਹ ਉਹਦਾ ਬੰਧਨ ਬਣ ਜਾਂਦਾ ਹੈ। ਉਹ ਬੰਧਨ ਐਸਾ ਜਿਹੜਾ ਪਰਮਾਤਮਾ ਤੋਂ ਦੂਰ ਲੈ ਕੇ ਜਾਏਗਾ।
ਹਉਮੈ ਡਨ ਸਹੇ ਰਾਜਾ ਮੰਗੇ ਦਾਨ। ਕਹਿੰਦੇ ਵੀ ਉਹ ਹਉਮੈ ਉਹਦੇ ਅੰਦਰ ਹੁੰਦੀ ਹੈ। ਜ਼ਮੀਨ ਜਾਇਦਾਦ ਜ਼ਿਆਦੀ ਹੋਵੇ, ਫਸਲ ਜ਼ਿਆਦੀ ਹੋ ਜਾਵੇ, ਮਾਇਆ ਜ਼ਿਆਦੀ ਆ ਜਾਂਦੀ ਹੈ ਤੇ ਫਿਰ ਅੰਦਰ ਮੱਲੋ ਮੱਲੀ ਹਉਮੈ ਹੋ ਜਾਂਦੀ ਆ। ਹੁਣ ਤੁਸੀਂ ਦੇਖੋ ਕਈਆਂ ਦੇ ਐਡੇ ਐਡੇ ਫਾਰਮ ਨੇ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਹੀ ਏਕੜ ਜ਼ਮੀਨ ਹੁੰਦੀ ਆ ਤੇ ਉਹ ਫਾਰਮਾਂ ਦੇ ਵਿੱਚੋਂ ਜਿਸ ਵੇਲੇ ਮਾਇਆ ਆਉਂਦੀ ਆ ਉਹ ਫਿਰ ਮਾਇਆ ਜਿਹੜੀ ਹਉਮੈ ਦਾ ਰੋਗ ਬਣ ਜਾਂਦੀ ਆ ਭਾਈ। ਇਸ ਕਾਰਨ ਕਰਕੇ ਕਹਿੰਦੇ ਵੀ ਉਹ ਜਿਹੜਾ ਹੁੰਦਾ, ਇਹ ਜਿਹੜਾ ਹਉਮੈ ਦਾ ਅੰਦਰ ਹਉਮੈ ਸਾਡੇ ਪ੍ਰਗਟ ਹੋ ਜਾਂਦੀ ਹੈ। ਪ੍ਰਮਾਤਮਾ ਦਾ ਜਿਹੜਾ ਅਸੀਂ ਨਾਮ ਭੁੱਲ ਜਾਂਦੇ ਹਾਂ, ਪ੍ਰਮਾਤਮਾ ਨੂੰ ਭੁੱਲ ਜਾਂਦੇ, ਫਿਰ ਇਹ ਜਿਹੜੀ ਸਾਡੀ ਕਰਸਾਨੀ ਵੀ ਹੈ ਇਹ ਵੀ ਸਾਡਾ ਬੰਧਨ ਬਣ ਜਾਂਦੀ ਹੈ। ਇੱਕ ਇਹਨੂੰ ਵੀ ਤੋੜਨੇ, ਜਿਹੜੇ ਬੰਧਨ ਸਾਰੇ ਬੰਧਨਾਂ ਦੀ ਗੱਲ ਕਰਦੇ, ਇਹ ਤੋੜਨ ਵਾਸਤੇ ਸਤਿਗੁਰਾਂ ਨੇ ਕਿਹਾ, ਜਾਂ ਇਹਨਾਂ ਦਾ ਰੂਪ ਬਦਲ ਦੇਣਾ ਆਪਾਂ ਇਹਨਾਂ ਨੂੰ। ਸੋ ਇਸ ਕਰਕੇ ਕਿਉਂਕਿ ਇਹਨਾਂ ਚੀਜ਼ਾਂ ਤੋਂ ਬਗੈਰ ਆਪਾਂ ਜੀ ਨਹੀਂ ਸਕਦੇ ਹੈਗੇ, ਪਰ ਇਹ ਇਸ ਤਰ੍ਹਾਂ ਨਾ ਹੋ ਜਾਣ ਵੀ ਐਸਾ ਸਾਡੇ ਉੱਤੇ ਬੋਝ ਬਣ ਜਾਵਣ ਜਿਹਦੇ ਨਾਲ ਕਿ ਅਸੀਂ ਪ੍ਰਮਾਤਮਾ ਨੂੰ ਭੁੱਲ ਜਾਈਏ। ਸੋ ਇਸ ਕਰਕੇ ਹਉਮੈ ਡਨ ਸਹੇ, ਫਿਰ ਹਉਮੈ ਵੱਲੋਂ ਜਿਹੜਾ ਸਾਨੂੰ ਡਨ ਮਿਲਦਾ। ਹੁਣ ਡਨ ਕੀ ਮਿਲਦਾ? ਹਉਮੈ ਸਾਡੇ ਕੀਤੇ ਹੋਏ ਸ਼ੁਭ ਕਰਮਾਂ ਨੂੰ ਜਾਲੀ ਜਾ ਰਿਹਾ। ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਦੋਂ ਅਸੀਂ ਮੈਂ ਦੇ ਵਿੱਚ ਫਸੇ ਹੋਏ ਹੁੰਦੇ ਆ, ਬੜੀਆਂ ਜਗ੍ਹਾ ਤੇ ਕੀਤੀਆਂ, ਕਈ ਗੁਰਦੁਆਰਿਆਂ ਨੂੰ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਕਿਉਂਕਿ ਸੱਚ ਬੋਲਣ ਨੂੰ ਨਹੀਂ ਉਹ ਬਹੁਤਾ ਚੰਗਾ ਸਮਝਦੇ। ਉਹ ਕਹਿੰਦੇ ਵੀ ਸਾਡੀ ਆਣ ਕੇ ਵਡਿਆਈ ਕਰ ਜਾਓ, ਪਰ ਗੁਰੂ ਦੀ ਵਡਿਆਈ ਨਾ ਇੱਥੇ ਕਰੋ। ਅਗਰ ਕੋਈ ਜੀਵ ਕਿਸੇ ਦੀ ਇਸਤਰੀ ਜਾਂ ਧੀ ਭੈਣ ਨੂੰ ਮਾੜੀ ਅੱਖ ਦੇ ਨਾਲ ਦੇਖ ਲਵੇ, ਭਾਈ ਗੁਰੂ ਮਹਾਰਾਜ ਨੇ ਸਾਨੂੰ ਗਿਆਨ ਦਿੱਤਾ 100 ਜਨਮ ਦੇ ਕੀਤੇ ਹੋਏ ਸ਼ੁਭ ਜਿਹੜੇ ਗੁਣ ਨੇ ਉਹਨਾਂ ਦਾ ਉਸ ਵੇਲੇ ਨਾਸ ਹੋ ਜਾਂਦਾ, ਸੁਆਹ ਹੋ ਜਾਂਦੇ ਨੇ ਉਸ ਵੇਲੇ। 100 ਜਨਮ ਦੇ ਇੱਕ ਵਾਰ ਦੇਖਣ ਦੇ ਨਾਲ, ਕਿਉਂ ਗੁਰੂ ਜੀ ਨੇ ਵਾਰ-ਵਾਰ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕ ਲਾਈ ਹੈ ਭਈ ਤੂੰ ਇਹਨਾਂ ਜਿਹੜੇ ਤੇਰੇ ਗਿਆਨ ਦੇ ਅੰਦਰ ਨੇ ਇਹਨਾਂ ਨੂੰ ਸਹੀ ਪਾਸੇ ਲੈ ਕੇ ਜਾਣਾ। ਸੋ ਉਹ ਇਹ ਜਿਹੜਾ ਹਉਮੈ ਹੈ, ਜਦੋਂ ਅੰਦਰ ਹਉਮੈ ਆਉਂਦਾ ਇਹ ਵੀ ਸਾਨੂੰ ਡਨ ਮੰਗਦਾ, ਸਾਡੇ ਕੋਲੋਂ ਡਨ ਸਾਨੂੰ ਦੇਣਾ ਪੈਂਦਾ। ਜਿਹੜੇ ਸਾਡੇ ਸ਼ੁਭ ਕਰਮ ਨੇ ਉਹਨਾਂ ਨੂੰ ਇਹ ਲੁੱਟੀ ਜਾ ਰਿਹਾ ਤੇ ਰਾਜਾ ਬਣ ਕੇ ਸਾਡੇ ਕੋਲੋਂ ਇਹ ਡਨ ਮੰਗਦਾ ਹੈ। ਬੰਧਨ ਸੌਦਾ ਅਨ ਵਿਚਾਰੀ, ਤਿਪਤ ਨਹੀਂ ਮਾਇਆ ਮੋਹ ਪਸਾਰੀ। ਵਿਚਾਰ ਤੋਂ ਬਗੈਰ, ਸੋਚ ਤੋਂ ਬਗੈਰ ਕੋਈ ਸੌਦਾ ਹੀ ਕਰ ਲੈਣਾ, ਇਹ ਵੀ ਬੰਧਨ ਪੈ ਗਿਆ। ਸੋਚਿਆ ਹੀ ਨਾ ਪਹਿਲਾਂ ਇਹਦੇ ਵਿੱਚੋਂ ਕਿੰਨਾ ਨਫਾ ਹੋਣਾ, ਕਿੰਨਾ ਘਾਟਾ ਹੋਣਾ, ਕੀ ਇਹਦੇ ਵਿੱਚ ਸਾਨੂੰ ਕਿਹੜੇ ਰੂਪ ਦੇ ਵਿੱਚ ਸਾਨੂੰ ਇਹ ਰੱਖੇਗਾ। ਕਹਿੰਦੇ ਜਿਹੜਾ ਸੌਦਾ ਅਸੀਂ ਕਰਨ ਲੱਗੇ ਹਾਂ, ਇਹ ਜਿਹੜਾ ਅਣਵਿਚਾਰੀ ਸੌਦਾ ਕਰਦੇ ਇਹ ਵੀ ਭਾਈ ਬੰਧਨ ਹੈ। ਤਿਪਤ ਨਹੀਂ ਮਾਇਆ ਮੋਹ ਪਸਾਰੀ, ਇਹ ਜਿਹੜੇ ਮਾਇਆ ਦੇ ਬੰਧਨ ਨੇ, ਮਾਇਆ ਦੇ ਵਾਸਤੇ ਅਸੀਂ ਸਭ ਕੁਝ ਕਰਦੇ ਹਾਂ। ਇਹ ਜਿਹੜੀ ਮਨ ਨੂੰ ਮੋਹਣ ਵਾਲੀ ਮਾਇਆ ਹੈ ਔਰ ਮਨ ਨੂੰ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਣ ਵਾਲੀ ਜਿਹੜੀ ਮਾਇਆ ਹੈ, ਇਹ ਸਾਰੇ ਉਹਦੇ ਵੱਡੇ ਵੱਡੇ ਮੋਹ ਦੇ ਬੰਧਨ ਨੇ। ਇਹ ਸਾਰੇ ਕਹਿੰਦੇ ਤ੍ਰਿਪਤ ਨਹੀਂ, ਇਹ ਮਾਇਆ ਦੇ ਨਾਲ ਤ੍ਰਿਪਤੀ ਨਹੀਂ ਕਿਸੇ ਦੀ, ਅਜੇ ਤੱਕ ਕੋਈ ਤ੍ਰਿਪਤ ਨਹੀਂ ਹੋਇਆ ਸੰਸਾਰ ਤੇ, ਕੋਈ ਰੱਜਿਆ ਨਹੀਂ ਕਿਸੇ ਨੇ। ਇਹ ਨਹੀਂ ਕਿਹਾ ਕਿ ਮੈਂ ਸਾਰੇ ਦੁਨੀਆ ਦੀ, ਇੱਥੇ ਦੇਖੋ ਕਿੰਨੇ ਬਿਲੀਅਨਰਸ ਤੁਰੇ ਫਿਰਦੇ ਨੇ, ਅਰਬਾਂ ਖਰਬਾਂ ਦੇ ਵਿੱਚ ਤੁਰੇ ਫਿਰਦੇ ਨੇ, ਪਰ ਉਹ ਅੱਜ ਵੀ ਭੁੱਖ ਨੇ ਮਾਰੇ ਹੋਏ ਨੇ। ਅੱਜ ਤੁਸੀਂ ਆ ਸਮਾਂ ਜਦੋਂ ਤੁਹਾਡੇ ਕੋਲ ਇਹ ਕਥਾ ਆਉਣੀ ਆ, ਉਹਦੇ ਵਿੱਚ ਸਮੇਂ ਦੇ ਵਿੱਚ ਤੁਹਾਨੂੰ ਦੇਖਿਆ ਕਿ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਦਿੱਲੀ ਦੇ ਵਿੱਚ ਵਾਹਵਾ ਲੰਬਾ ਸਮਾਂ ਹੋ ਗਿਆ। ਔਰ ਜਿਹੜੇ ਲੋਕ ਜਿਨ੍ਹਾਂ ਦੇ ਕਾਰਨ ਕਰਕੇ, ਜਿਹੜੇ ਕੋਆਪਰੇਟਿਵ ਨੇ, ਵੱਡੇ ਵੱਡੇ ਘਰਾਣਿਆਂ ਦੇ ਲੋਕ ਜਿਹੜੇ ਨੇ, ਜਿਹੜੇ ਬੇਅੰਤ ਮਾਇਆ ਦੇ ਮਾਲਕ ਨੇ, ਉਹ ਉਹਨਾਂ ਦੇ ਕੋਲੋਂ ਸਭ ਕੁਝ ਖੋਣਾ ਚਾਹੁੰਦੇ ਨੇ। ਕਿਉਂ ਖੋਣਾ ਚਾਹੁੰਦੇ ਨੇ? ਕਿਉਂਕਿ ਉਹਨਾਂ ਨੂੰ ਤ੍ਰਿਪਤੀ ਨਹੀਂ, ਉਹਨਾਂ ਦੀ ਪਿਆਸ ਨਹੀਂ ਖਤਮ ਹੋਈ, ਉਹਨਾਂ ਦੀ ਭੁੱਖ ਨਹੀਂ ਖਤਮ ਹੋਈ। ਜੇ ਜਿਨ੍ਹਾਂ ਦਾ ਇਹ ਨਾਮ ਵਾਰ-ਵਾਰ ਲੈਂਦੇ ਨੇ ਉਹਨਾਂ ਦੀ ਕਿਤੇ ਭੁੱਖ ਮਿਟ ਜਾਵੇ, ਉਹਨਾਂ ਨੂੰ ਮੌਤ ਚੇਤੇ ਆ ਜਾਵੇ, ਉਹਨਾਂ ਨੂੰ ਇਹ ਪਤਾ ਲੱਗ ਜੇ ਵੀ ਪਤਾ ਹੀ ਨਹੀਂ ਕਿਸ ਦਿਨ ਅਸੀਂ ਇਸ ਵਾਸਾਂ ਦੀ ਪੂੰਜੀ ਖਤਮ ਕਰ ਦੇਣੀ ਆ, ਇਹਦੇ ਨਾਲੋਂ ਚੰਗਾ ਵੀ ਅਸੀਂ ਕੋਈ ਧਰਮ ਕਰਮ ਦਾ ਕੰਮ ਕਰ ਲਈਏ ਤੇ ਸੰਸਾਰ ਦੇ ਇਸ ਤਰ੍ਹਾਂ ਅਸੀਂ ਦੂਸਰਿਆਂ ਨੂੰ ਦੁੱਖ ਦੇ ਦੇ ਕੇ ਉਹਨਾਂ ਦਾ ਗਲਾ ਨਾ ਘੁੱਟੀਏ। ਸੋ ਇਸ ਕਾਰਨ ਕਰਕੇ ਕਹਿੰਦੇ ਵੀ ਇਹ ਜਿਹੜੇ ਲੋਕ ਨੇ ਇਹ ਸਾਰੀ ਉਮਰ ਭੁੱਖੇ ਹੀ ਰਹਿੰਦੇ ਨੇ, ਇਸ ਕਦੀ ਵੀ ਤ੍ਰਿਪਤ ਨਹੀਂ ਹੁੰਦੇ। ਬੰਧਨ ਸਾਹਾ ਸੰਚੈ ਤਨ ਜਾਏ, ਬਿਨ ਹਰ ਭਗਤ ਨ ਪਵਈ ਥਾਏ। ਨਿਰੰਕਾਰ ਸੱਚੇ ਪਾਤਸ਼ਾਹ ਨੇ ਤੇ ਕਮਾਲ ਹੀ ਕਰ ਦਿੱਤੀ। ਕਹਿੰਦੇ ਜਿਹੜੇ ਸਾਰੇ ਇਹ ਮਾਇਆ ਦੇ ਬੰਧਨ ਨੇ ਨਾ, ਇਹ ਤਾਂ ਗਲ ਦੇ ਵਿੱਚ ਫਾਹੀ ਪੈਂਦੀ ਆ। ਇਹ ਜਿਹੜਾ ਉਹ ਕਹਿੰਦੇ ਨੇ ਜਿਸ ਵੇਲੇ ਬੰਦੇ ਨੂੰ ਫਾਂਸੀ ਦਿੱਤੀ ਜਾਂਦੀ ਉਹ ਰੱਸਾ ਪਾਇਆ ਜਾਂਦਾ, ਕਹਿੰਦੇ ਉਹ ਰੂਪ ਆ ਇਹ ਬੰਧਨ ਸਾਰੇ ਉਹ ਰੂਪ ਨੇ। ਬਿਨ ਹਰ ਭਗਤ ਨ ਪਾਵੀ ਥਾਏ, ਪਰਮਾਤਮਾ ਦੀ ਭਗਤੀ ਕੀਤੀ ਤੋਂ ਬਗੈਰ ਇਹ ਬੰਧਨ ਨਹੀਂ ਟੁੱਟਦੇ, ਬੰਧਨ ਨਹੀਂ ਦੂਰ ਹੁੰਦੇ। ਬੰਧਨ ਬੇਦ ਬਾਦ ਹੰਕਾਰ, ਬੰਧਨ ਬਿਨ ਸੈ
ਮੋਹ ਵਿਕਾਰ। ਕਹਿੰਦੇ ਹੰਕਾਰ ਸਹਿਤ ਜਿਹੜੇ ਲੋਕ ਵੇਦਾਂ ਦਾ ਬਹੁਤ ਗਿਆਨ ਇਕੱਠਾ ਕਰ ਲੈਂਦੇ, ਉਹਨਾਂ ਦੇ ਅੰਦਰ ਹੰਕਾਰ ਹੋ ਜਾਂਦਾ, ਇਹ ਵੀ ਬਹੁਤ ਵੱਡਾ ਬੰਧਨ ਬਣ ਜਾਂਦਾ। ਇਹ ਵੀ ਸਾਨੂੰ ਨਰਕਾਂ ਵੱਲ ਨੂੰ ਲੈ ਕੇ ਜਾਏਗਾ। ਔਰ ਕੀ ਕਰਦੇ ਨੇ, ਝਗੜੇ ਖੜੇ ਕਰ ਦਿੰਦੇ ਨੇ। ਆ ਬਈ ਤੇਰੇ ਨਾਲ ਮੈਂ ਚਰਚਾ ਕਰਨੀ, ਚਰਚਾ ਕਰਦੇ ਕਰਦੇ ਝਗੜਾ ਖੜਾ ਕਰ ਲੈਣਾ ਉਸ ਦੇ ਨਾਲ। ਕਹਿੰਦੇ ਬੰਧਨ ਵਿਨਸੇ ਮੋਹ ਵਿਕਾਰ। ਕਹਿੰਦੇ ਇਸ ਕਾਰਨ ਕਰਕੇ ਜੀਵ ਜਿਹੜਾ ਹੈ ਉਹ ਬੰਧਨ ਨੂੰ ਖਤਮ ਕਰੇ। ਇਸ ਬੰਧਨ ਵਿਨਸੇ ਮੋਹ ਵਿਕਾਰ। ਕਹਿੰਦੇ ਇਹ ਬੰਧਨਾਂ ਦੇ ਵਿੱਚੋਂ ਜੀਵ ਨਿਕਲ ਕੇ ਤਾਂ ਕਹਿੰਦੇ ਵੀ ਮੋਹ ਤੇ ਜਿਹੜਾ ਵਿਕਾਰ ਹੈ, ਵਿਕਾਰੀ ਚੀਜ਼ ਹੈ, ਇਸ ਨੂੰ ਖਤਮ ਕਰ ਦੇਵੇ। ਪਰ ਜੇ ਅਸੀਂ ਮਨਮੁਖਾਂ ਵਾਲਾ ਦੇਖਾਂਗੇ, ਜੋ ਸਤਿਗੁਰ ਮਨਮੁਖਾਂ ਵਾਲਾ ਹੀ ਗਿਆਨ ਦਿੰਦੇ ਆ ਰਹੇ ਨੇ, ਕਹਿੰਦੇ ਬੰਧਨ ਦੇ ਵਿੱਚ ਫਸੇ ਹੋਏ ਲੋਕ ਹਰ ਵੇਲੇ ਮੋਹ ਤੇ ਵਿਕਾਰਾਂ ਦੇ ਵਿੱਚ ਹੀ ਫਸੇ ਰਹਿੰਦੇ ਹਨ। ਨਾਨਕ ਰਾਮ ਨਾਮ ਸਰਣਾਈ, ਸਤਿਗੁਰ ਰਾਖੇ ਬੰਧ ਨਾ ਪਾਈ। ਨਿਰੰਕਾਰ ਜੀ ਕਹਿੰਦੇ ਨੇ ਜਿਹੜਾ ਉਹ ਸਭ ਦੇ ਵਿੱਚ ਰਮਿਆ ਹੋਇਆ ਨਾਮ ਹੈ, ਉਹੀ ਇਹਨਾਂ ਬੰਧਨਾਂ ਤੋਂ ਸਾਨੂੰ ਬਚਾ ਸਕਦਾ ਹੈ। ਉਹੀ ਇਹ ਬੰਧਨਾਂ ਤੋਂ ਬੰਧਨ ਨਹੀਂ ਸਾਨੂੰ ਪੈਣ ਦਿੰਦਾ ਜੀ। ਕਰੋ ਕਿਰਪਾ ਦੇਖੋ, ਹਾਂ ਕਰੋ ਕਰੋ। ਰਾਗ ਆਸਾ ਮਹਿਲਾ ਪਹਿਲਾ, ਅਸ਼ਟਪਦੀਆਂ ਕਰ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਿਚਾਰ ਇਸ ਤਰ੍ਹਾਂ ਬਣ ਰਹੀ ਸੀ ਵੀ ਇਸ ਵੇਲੇ ਇਹ ਜਿਹੜੀ ਬਾਬਰ ਬਾਣੀ ਦੇ ਨਾਂ ਦੇ ਉੱਤੇ ਬਾਣੀ ਨਿਰੰਕਾਰ ਨੇ ਉਚਾਰਨ ਕੀਤੀ ਹੈ, ਉਹ ਸ਼ੁਰੂ ਹੋਣ ਲੱਗੀ ਹੈ। ਪਰ ਅਜੇ ਆਪਣੇ ਕੋਲ 15-16 ਮਿੰਟ ਰਹਿੰਦੇ ਨੇ, ਜਿਹਦੇ ਵਿੱਚ 1 ਘੰਟਾ ਆਪ ਜੀ ਦੀ ਸੇਵਾ ਹੋ ਜਾਵੇਗੀ। 15-16 ਮਿੰਟਾਂ ਦੇ ਵਿੱਚ ਇਸ ਸ਼ਬਦ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪੂਰੇ ਰੂਪ ਦੇ ਵਿੱਚ ਨਿਰੰਕਾਰ ਮਿਹਰਬਾਨ ਦਿਆਲੂ ਕਿਰਪਾਲੂ ਆਪ ਸੁਰਤੀ ਤੇ ਬਸਣ ਤੇ ਇਸ ਦੀ ਵਿਆਖਿਆ ਕਰਵਾ ਲੈਵਣ। ਨਿਰੰਕਾਰ ਕਹਿੰਦੇ ਨੇ ਰਾਗ ਆਸਾ ਮਹੱਲਾ ਪਹਿਲਾ। ਰਾਗ ਆਸਾ ਹੀ ਚੱਲ ਰਿਹਾ। ਪਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਆਪ ਹੀ ਬਾਣੀ ਦੇ ਰਚਨਹਾਰ ਨੇ। ਅਸ਼ਟਪਦੀਆਂ ਨੇ ਘਰ ਤੀਜੇ ਦੇ ਵਿੱਚ ਪਾਉਣ ਦੀ ਗੱਲ ਕੀਤੀ, ਛੋਟਾ ਮੰਗਣ ਲਾਇਆ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹੈ, ਉਸ ਨੂੰ ਪ੍ਰਾਪਤ ਕਰਨ ਵਾਸਤੇ, ਗੁਰੂ ਦੀ ਕਿਰਪਾ ਲੈਣ ਵਾਸਤੇ ਸੰਸਾਰ ਦੇ ਉੱਤੇ ਆਪਾਂ ਆਏ ਹਾਂ। ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਦੂਰ, ਸੋ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ। ਜਦੋਂ ਨਿਰੰਕਾਰ ਜੀ ਉਦਾਸੀਆਂ ਖਤਮ ਕਰਕੇ ਦੁਬਾਰਾ ਏਮਨਾਬਾਦ ਦੇ ਵਿੱਚ ਆਉਂਦੇ ਨੇ, ਏਮਨਾਬਾਦ ਦੇ ਬਾਹਰ ਬੈਠ ਜਾਂਦੇ ਨੇ। ਬਾਹਰ ਬੈਠ ਕੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਕੁਝ ਹੋਰ ਸਾਧੂ ਸੰਤ ਬਹੁਤ ਸਤਿਗੁਰਾਂ ਦੇ ਨਾਲ ਆ ਜਾਂਦੇ ਨੇ ਉੱਥੇ। ਤੇ ਜਦੋਂ ਬਾਹਰ ਬੈਠੇ ਹੁੰਦੇ ਨੇ ਤਾਂ ਉੱਥੇ ਕੋਈ ਵੀ ਏਮਨਾਬਾਦ ਦਾ ਬੰਦਾ ਆਣ ਕੇ, ਜਿੱਥੇ ਕਿ ਪਠਾਨ ਰਿਹਾ ਕਰਦੇ ਹੁੰਦੇ ਸਨ, ਉੱਥੇ ਇਹ ਜਿਹੜੇ ਸਨਾਤਨ ਧਰਮ ਵਾਲੇ ਬ੍ਰਾਹਮਣ ਹਨ ਉਹ ਵੀ ਰਿਹਾ ਕਰਦੇ ਸਨ। ਕਿਸੇ ਨੇ ਵੀ ਆਣ ਕੇ ਨਿਰੰਕਾਰ ਦੇ ਨਾਲ ਆਏ ਹੋਏ ਜਿਹੜੇ ਇਹ ਸਾਧੂ ਸਨ, ਜਾਂ ਕਿਸੇ ਨੂੰ ਭੋਜਨ ਪਾਣੀ ਦੀ ਨਹੀਂ ਸੇਵਾ ਪੁੱਛੀ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਕਹਿੰਦੇ ਵੀ ਭਾਈ ਸਮਾਂ ਬਹੁਤ ਹੋ ਗਿਆ, ਸ਼ਾਮਾਂ ਪੈ ਗਈਆਂ, ਤੁਸੀਂ ਜਾਓ ਨਗਰ ਦੇ ਵਿੱਚ, ਉੱਥੋਂ ਕੁਝ ਮੰਗ ਕੇ ਖਾ ਕੇ ਵਾਪਸ ਆ ਜਾਵੋ। ਤੇ ਜਦੋਂ ਇਹ ਗਏ ਤਾਂ ਉੱਥੇ ਪਠਾਨਾਂ ਦੇ ਘਰ ਦੇ ਵਿੱਚ ਵਿਆਹ ਸੀ, ਸ਼ਰਾਬ ਕਬਾਬ ਬਹੁਤ ਉੜਨ ਡਿਆ ਸੀ ਉੱਥੇ। ਇਹਨਾਂ ਨੇ ਜਾ ਕੇ ਉੱਥੇ ਅਲੱਖ ਜਗਾਈ ਤੇ ਜਿਹੜੇ ਪਠਾਨ ਸਨ ਉਹਨਾਂ ਨੇ ਬਹੁਤ ਇਹਨਾਂ ਨੂੰ ਕੁੱਟਿਆ, ਮਾਰਿਆ, ਧੱਕੇ ਮਾਰੇ। ਸਾਧੂਆਂ ਨੂੰ ਦਿੱਤਾ ਨਹੀਂ ਕੁਝ ਵੀ ਖਾਣ ਨੂੰ। ਤੇ ਨਾਲ ਮਰਦਾਨਾ ਜੀ ਨੂੰ ਭੇਜਿਆ ਸੀ, ਤੇ ਮਰਦਾਨਾ ਜੀ ਨੂੰ ਕਹਿੰਦੇ ਵੀ ਤੁਸੀਂ ਭਾਈ ਲਾਲੂ ਜੀ ਨੂੰ ਲੈ ਕੇ ਆ ਜਾਇਓ, ਉਹਨਾਂ ਨੂੰ ਦੱਸ ਦਿਓ ਵੀ ਅਸੀਂ ਇਸ ਜਗ੍ਹਾ ਦੇ ਉੱਤੇ ਬਾਹਰ ਥੜੇ ਦੇ ਉੱਤੇ ਬੈਠੇ ਹਾਂ। ਜਦੋਂ ਇਹ ਸਭ ਕੁਝ ਹੋਇਆ, ਇਹ ਸਾਧੂ ਮੁੜ ਕੇ ਵਾਪਸ ਇੱਥੇ ਆਏ। ਜਿਸ ਵੇਲੇ ਮੁੜ ਕੇ ਆਉਣ ਤੋਂ ਬਾਅਦ ਦੇਖਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਕਿ ਇਹਨਾਂ ਨੇ ਬੜਾ ਦੁੱਖ ਪਾਇਆ, ਇਸ ਤੇ ਇਹਨਾਂ ਨੂੰ ਬੜਾ ਧੱਕੇ ਮਾਰੇ ਗਏ, ਬਹੁਤ ਇਹਨਾਂ ਦੀ ਬੇਇੱਜ਼ਤੀ ਕੀਤੀ ਗਈ ਇਹਨਾਂ ਪਠਾਣਾ ਵੱਲੋਂ। ਤੇ ਜਿਹੜੇ ਉੱਥੇ ਹੋਰ ਰੂਪੀ ਵੀ ਸਨ ਉਹਨਾਂ ਨੂੰ ਵੀ ਕਿਸੇ ਨੇ ਇਹਨਾਂ ਨੂੰ ਰੋਕਿਆ ਨਹੀਂ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਇਹ ਸ਼ਬਦ ਉੱਥੇ ਉਚਾਰਨ ਕਰਦੇ ਨੇ। ਇੰਨੇ ਨੂੰ ਭਾਈ ਲਾਲੋ ਜੀ ਵੀ ਆ ਜਾਂਦੇ ਨੇ। ਭਾਈ ਲਾਲੋ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਣ ਕੇ ਨਮਸਕਾਰ ਕੀਤੀ ਤੇ ਭਾਈ ਲਾਲੋ ਨੂੰ ਸੰਬੋਧਨ ਕਰਕੇ ਇਹ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕੀਤੇ। ਕਿਉਂਕਿ ਜਦੋਂ ਆਪਾਂ ਆਪਗਾ ਬਾਣੀ ਆਪਣੀ ਤਰੰਗ ਰੱਖਦੀ ਉਹਦੇ ਵਿੱਚ ਆਉਣਾ ਹੀ ਆ ਕਿ ਉਹ ਵੀ ਭਾਈ ਲਾਲੋ ਜੀ ਨੂੰ ਜਿਸ ਨੇ ਦੱਸਿਆ ਵੀ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ, ਉਹਦੇ ਵਿੱਚ ਇੱਕ ਵਚਨ ਆਏਗਾ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਇਹ ਬਾਬਰ ਦੀ ਗੱਲ ਹੋ ਗਈ ਇੱਥੇ। ਉਹ ਪਾਪ ਦੀ ਜੰਜ, ਪਾਪੀਆਂ ਦੀ ਜੰਜ ਲੈ ਕੇ, ਜਮਦੂਤਾਂ ਦੀ ਜੰਜ ਲੈ ਕੇ ਉਹ ਕਾਬਲ ਤੋਂ ਆਇਆ ਤੇ ਜੋਰੀ ਮੰਗੇ ਦਾਨ ਧੱਕੇ ਦੇ ਨਾਲ ਇਹਨਾਂ ਦੇ ਪਠਾਣਾ ਦੇ ਕੋਲੋਂ
ਤੇ ਇਹ ਜਿਹੜੇ ਹਿੰਦੂ ਨੇ ਇਹਨਾਂ ਦੇ ਕੋਲੋਂ ਧੱਕੇ ਨਾਲ ਉਹਨਾਂ ਨੇ ਮੰਗਣਾ ਤੇ ਇਹਨਾਂ ਦਾ ਫਿਰ ਹਾਲ ਕੀ ਕਰਨਾ, ਉਹ ਉੱਥੇ ਜਾ ਕੇ ਆਏਗਾ। ਤੇ ਇੱਥੇ ਵੀ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲਾਂ ਇਹ ਦੱਸ ਦਿੰਦੇ ਵੀ ਉਹਨਾਂ ਦਾ ਹਾਲ ਹੋਇਆ ਕੀ। ਜਦੋਂ ਆਣ ਕੇ ਇਹਨਾਂ ਨੇ ਏਮਨਾਬਾਦ ਨੂੰ ਬਾਬਰ ਨੇ ਆਣ ਕੇ ਲੁੱਟ ਲਿਆ, ਜਮਾਂ ਨੇ ਆਣ ਕੇ ਲੁੱਟ ਲਿਆ, ਤੇ ਲੁੱਟਣ ਤੋਂ ਬਾਅਦ ਕੀ ਹੋਇਆ ਉੱਥੇ, ਤੇ ਫਿਰ ਉਸ ਰੂਪ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਮੋਹਰੇ ਰੱਖਦੇ ਹਨ ਕਿ ਜਿਹੜੀਆਂ ਇਸਤਰੀਆਂ ਦੇ ਸਿਰਾਂ ਦੇ ਉੱਤੇ ਪੱਟੀਆਂ ਬੰਨੀਆਂ ਹੁੰਦੀਆਂ, ਪੱਟੀਆਂ ਮੀਡੀਆਂ ਕੀਤੀਆਂ, ਮੀਡੀਆਂ ਦੇ ਵਿੱਚ ਮੋਤੀ ਜੋੜੇ ਹੋਏ ਸਨ, ਤਾਂ ਉਹਨਾਂ ਨੇ ਸਿਰ ਦੇ ਵਿੱਚ ਚੀਰ ਬਣਾ ਕੇ ਸੰਦੂਰ ਪਾਏ ਹੋਏ ਸਨ। ਜਿਸ ਵੇਲੇ ਇਹ ਬਾਬਰ ਦੇ ਬੰਦਿਆਂ ਨੇ ਆਣ ਕੇ ਇਹ ਏਮਨਾਬਾਦ ਨੂੰ ਜਿੱਤ ਲਿਆ, ਉਹਨਾਂ ਦੇ ਉਹ ਸੋਹਣੇ ਸੋਹਣੇ ਸਿਰ ਜਿਹੜੇ ਸਨ, ਜਿਹੜੀਆਂ ਉਹਨਾਂ ਦੇ ਵਿੱਚ ਮੀਡੀਆਂ ਸਨ, ਸਿਰ ਕਾਤੀ ਮੁਨੀਆਂ ਨੂੰ ਉਹ ਸਾਰੀਆਂ ਮੁੰਨ ਦਿੱਤੀਆਂ ਗਈਆਂ, ਕੱਟ ਦਿੱਤੀਆਂ ਗਈਆਂ। ਗਲ ਵਿੱਚ ਆਵੇ ਧੂੜ, ਤੇ ਉਹਨਾਂ ਦੇ ਗਲਾਂ ਦੇ ਵਿੱਚ ਧੂੜ ਮਿੱਟੀ, ਕਿਉਂਕਿ ਫੜ ਕੇ ਬੰਨ ਕੇ ਰੱਸੀਆਂ ਦੇ ਨਾਲ ਲੈ ਕੇ ਤੁਰੇ ਜਾ ਰਹੇ ਨੇ ਇਹ ਬਾਬਰ ਦੇ ਬੰਦੇ, ਤੇ ਧੂੜ ਉਹਨਾਂ ਦੇ ਗਲ ਦੇ ਵਿੱਚ ਪੈ ਰਹੀ ਹੈ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਵੱਡੀ ਚੀਜ਼ ਇਹਦੇ ਵਿੱਚੋਂ ਆਪਾਂ ਨੂੰ ਇਹ ਪ੍ਰਾਪਤ ਹੋਣੀ ਹੈ ਵੀ ਜਾਣੀ ਕਿ ਇੰਨਾ ਉਹ ਰੂਪ ਰੰਗ ਦੀਆਂ ਸੋਹਣੀਆਂ ਸਨ, ਇੰਨਾ ਉਹਨਾਂ ਦੇ ਕੋਲ ਧਨ ਮਾਲ ਸੀ, ਤੇ ਇੰਨੇ ਨੌਕਰ ਚਾਕਰ ਸਨ, ਪਰ ਅੰਤ ਦੇ ਉੱਤੇ ਉਹਨਾਂ ਨੂੰ ਕੀ ਉਹਨਾਂ ਦਾ ਹਾਲ ਹੋਇਆ, ਕਿਉਂਕਿ ਉਹ ਪਰਮਾਤਮਾ ਨੂੰ ਭੁੱਲ ਚੁੱਕੀਆਂ ਸਨ। ਕਹਿੰਦੇ ਮਹੱਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਕੱਲ ਉਹ ਆਪਣੇ ਮਹੱਲਾਂ ਦੇ ਵਿੱਚ, ਵੱਡੇ ਵੱਡੇ ਘਰਾਂ ਦੇ ਵਿੱਚ ਬੜੀਆਂ ਮੌਜਾਂ ਮਾਣ ਰਹੀਆਂ ਹੁੰਦੀਆਂ ਸਨ, ਪਰ ਅੱਜ ਉਹਨਾਂ ਨੂੰ ਮਹੱਲਾਂ ਦੇ ਵਿੱਚ ਬਣਨ ਦਾ ਵੀ ਹੁਕਮ ਨਹੀਂ ਹੈ। ਆਦੇਸ ਬਾਬਾ ਆਦੇਸ, ਆਦ ਪੁਰਖ ਤੇਰਾ ਅੰਤ ਨ ਪਾਇਆ, ਕਰ ਕਰ ਦੇਖੈ ਵੇਸ। ਜਦੋਂ ਇਹ ਰੂਪ ਦੀ ਗੱਲ ਕੀਤੀ ਨਾਲ ਹੋਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਆਓ ਗੁਰਸਿੱਖੋ, ਆਓ ਸਾਧੂ ਜਨੋ, ਉਸ ਪਰਮਾਤਮਾ ਨੂੰ ਆਪਾਂ ਨਮਸਕਾਰ ਕਰ ਲਈਏ। ਆਦੇਸ ਇਸ ਬਾਬਾ ਆਦੇਸ, ਇਹ ਅਕਾਲ ਪੁਰਖ ਵਾਹਿਗੁਰੂ ਜੀ ਆ ਤੁਹਾਨੂੰ ਸਾਡੀ ਨਮਸਕਾਰ ਹੈ, ਨਮਸਕਾਰ ਹੈ। ਆਦ ਪੁਰਖ ਤੇਰਾ ਅੰਤ ਨ ਪਾਇਆ, ਹੈ ਅਕਾਲ ਪੁਰਖ ਜੀਓ, ਪਰਮਾਤਮਾ ਜੀਓ, ਤੇਰਾ ਅੱਜ ਤੱਕ ਕਿਸੇ ਨੇ ਆਦਿ ਅੰਤ ਨਹੀਂ ਪਾਇਆ। ਕਰ ਕਰ ਦੇਖੇ ਵੇਸ, ਵੱਖਰੇ ਵੱਖਰੇ ਵੇਸ ਬਣਾ ਕੇ ਦੁਨੀਆ ਦੇ ਉੱਤੇ ਬੜੇ ਆਏ ਤੇ ਬੜੇ ਚਲੇ ਗਏ ਨੇ। ਰਹਾਓ ਜਦ ਹੋਸੀਆਂ ਵਿਹਾਈਆਂ, ਲਾੜੇ ਸੋਹਨ ਪਾਸ ਹਿੰਡੋਲੀ ਚੜਾਈਆਂ, ਦੰਦ ਖੰਡ ਕੀਤੇ ਰਾਸ। ਜਦੋਂ ਇਹ ਵਿਆਹੀਆਂ ਆਈਆਂ ਸਨ ਇਦੋਂ ਘਰ ਦੇ ਵਿੱਚ, ਇਹ ਸੁਹਾਗਣਾ ਬਣ ਕੇ ਆਈਆਂ, ਉਹ ਸਦਾ ਆਪਣੇ ਪਤੀ ਦੇ ਨਾਲ ਹੀ ਰਹਿੰਦੀਆਂ ਸਨ, ਬੜੀਆਂ ਸੋਹਣੀਆਂ ਆਪਣੇ ਪਤੀ ਦੇ ਨਾਲ ਬੈਠ ਕੇ ਸੋਭਾ ਪਾਇਆ ਕਰਦੀਆਂ ਸਨ। ਕਹਿੰਦੇ ਹੰਡੋਲੀ ਚੜਾਈਆਂ, ਹੰਡੋਲੀ ਕਹਿੰਦੇ ਨੇ ਡੋਲੀ ਜਿਹੜੀ ਪਾਲਕੀ ਵਰਗੀ ਹੁੰਦੀ ਆ, ਕਹਿੰਦੇ ਉਹਦੇ ਉੱਤੇ ਹਾਥੀ ਦੇ ਦੰਦਾਂ ਦੀ ਸਜਾਵਟ ਲੱਗੀ ਹੋਈ ਸੀ, ਤੇ ਇਹਨਾਂ ਦੇ ਜਿਹੜੇ ਹੱਥਾਂ ਦੇ ਵਿੱਚ ਚੂੜੇ ਪਾਏ ਸਨ ਉਹ ਵੀ ਹਾਥੀ ਦੇ ਜਿਹੜੇ ਦੰਦ ਨੇ ਉਹਨਾਂ ਦੇ ਹੀ ਬਣੇ ਹੋਏ ਸਨ। ਉੱਪਰੋਂ ਪਾਣੀ ਵਾਰੀ ਐ, ਚੱਲੇ ਚਿਲਕਨ ਪਾਸ। ਅੱਛਾ, ਉਹ ਇਹਨਾਂ ਦੀਆਂ ਜਿਹੜੀਆਂ ਸੱਸਾਂ ਸਨ, ਜਿਹਦਾ ਅੱਜ ਵੀ ਮਤਾਵਾ ਪਾਣੀ ਵਾਰਦੀਆਂ, ਬੜਾ ਉਹਨਾਂ ਨੂੰ ਪਾਣੀ ਵਾਰ ਰਹੀਆਂ ਨੇ, ਤੇ ਉੱਥੇ ਜਿਹੜੀਆਂ ਸਖੀਆਂ ਨੇ ਉਹਨਾਂ ਦੇ ਹੱਥ ਦੇ ਵਿੱਚ ਸ਼ੀਸ਼ੇ ਲੱਗੀਆਂ ਹੋਈਆਂ ਪੱਖੀਆਂ ਨੇ, ਉਹ ਪੱਖੀਆਂ ਵੀ ਇਹਨਾਂ ਨੂੰ ਚੱਲੀ ਜਾ ਰਹੀਆਂ ਹਨ। 1 ਲੱਖ ਲਹਿਣ ਬੈਠੀਆਂ, ਲੱਖ ਲਹਿਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ, ਮਾਨਣ ਸੇ ਜੜੀਆਂ, 3 ਗਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ। ਕਹਿੰਦੇ ਇਹ ਇੰਨੀਆਂ ਸੋਹਣੀਆਂ ਆਪਣੇ ਆਪ ਨੂੰ ਸੁਣਦੀਆਂ ਸੀ, 1 ਲੱਖ ਮੂੰਹ ਦਿਖਾਈ ਦਾ ਲੈਂਦੀਆਂ ਸਨ ਬੈਠੀਆਂ ਬੈਠੀਆਂ, ਤੇ ਜਦੋਂ ਖੜਦੀਆਂ ਸਨ ਉਦੋਂ ਵੀ ਲੱਖ ਲੈਂਦੀਆਂ ਸਨ, 1 ਲੱਖ ਮੂੰਹ ਦਿਖਾਈ ਦਾ ਲੈਂਦੀਆਂ ਸਨ। ਇਹ ਇੰਨੀਆਂ ਆਪਣੇ ਆਪ ਨੂੰ ਸੁੰਦਰ ਘੋਂਦੀਆਂ ਸਨ। ਤੇ ਜਿਸ ਲਈ ਇੱਕ ਹੋਰ ਸੀ ਵੀ ਜਦੋਂ ਇਹ ਬਹਿੰਦੀਆਂ ਸਨ, ਬੈਠਦੀਆਂ ਸਨ, 1 ਲੱਖ ਇਹਨਾਂ ਦੀਆਂ ਸੇਵਾਦਾਰਨੀਆਂ ਇਹਨਾਂ ਦੇ ਕੋਲ ਖੜਦੀਆਂ ਸੀ, ਬਹਿੰਦੀਆਂ ਸੀ, ਖੜੀਆਂ ਹੋ ਜਾਂਦੀਆਂ ਸਨ। ਜਦੋਂ ਇਹ ਖੜੀਆਂ ਹੁੰਦੀਆਂ ਸਨ, ਉਹ 1 ਲੱਖ ਇਹਨਾਂ ਦੀਆਂ ਖੜੀਆਂ ਹੋਣ ਦੇ ਉੱਤੇ ਸੇਵਾਦਾਰ ਦੀਆਂ ਨਾਲ ਹੁੰਦੀਆਂ ਸਨ। ਇੰਨੀਆਂ ਜਾਣੀ ਕਿ ਇਹ ਮਾਲਦਾਰ ਸਨ ਤੇ ਆਪਣੇ ਆਪ ਨੂੰ ਇੰਨੀਆਂ ਸੋਹਣੀਆਂ ਕਹਾਉਂਦੀਆਂ ਸੀ। ਗਰੀ ਸ਼ੁਆਰੇ ਖਾਂਦੀਆਂ, ਮਾਨਣ ਸੇ ਜਿਹੜੀਆਂ, ਕਹਿੰਦੇ ਇਹ ਨਵੀਆਂ ਜਿਹੜੀਆਂ ਵਿਆਹੀਆਂ ਆਈਆਂ ਹੋਈਆਂ ਬੱਚੀਆਂ ਜਾਂ ਔਰਤਾਂ ਸਨ, ਇਹ ਗਿਰੀਆਂ ਤੇ ਸ਼ੁਆਰੇ ਹੀ ਖਾਂਦੀਆਂ ਸਨ, ਤੇ ਇਹ ਆ ਸੇਜਾਂ ਦੇ ਉੱਤੇ ਬੈਠ ਕੇ, ਸੇਜ ਕਹਿੰਦੇ ਨੇ ਬਿਸਤਰੇ ਨੂੰ, ਸੇਜ ਦੇ ਉੱਤੇ ਬੈਠ ਕੇ ਆਨੰਦ ਮਾਣਦੀਆਂ ਸਨ। 3 ਗਲ ਸਿਲਕਾਂ ਪਾਈਆਂ, ਟੁੱਟਣ ਮੁੱਤ ਸਰੀਆਂ। ਜਿਹੜੀਆਂ ਅੱਜ
ਉਹਨਾਂ ਨੇ ਮੀਡੀਆਂ ਬਣਾਈਆਂ ਹੋਈਆਂ ਸਨ, ਉਹਦੇ ਵਿੱਚ ਜਿਹੜੇ ਮੋਤੀ ਸਨ ਉਹ ਹੁਣ ਜਦੋਂ ਕੱਟੇ ਗਏ ਬਾਲ ਇਹਨਾਂ ਦੇ, ਉਹ ਮੋਤੀ ਵੀ ਸਾਰੇ ਖਿਲਰ ਗਿਆ, ਕੰਮ ਖਤਮ ਹੋ ਗਿਆ ਉਹਨਾਂ ਮੋਤੀਆਂ ਦਾ ਵੀ। ਕਹਿੰਦੇ ਹੁਣ ਇਹਨਾਂ ਗਲਾਂ ਦੇ ਵਿੱਚ ਫਾਹੀਆਂ ਪਾਈਆਂ ਹੋਈਆਂ ਨੇ, ਜਿੱਥੇ ਕੱਲ ਮੋਤੀਆਂ ਦੇ ਸੋਨੇ ਦੇ ਵੱਡੇ ਵੱਡੇ ਹਾਰ ਸੀ, ਅੱਜ ਇਹਨਾਂ ਦੇ ਗਲਾਂ ਦੇ ਵਿੱਚ ਫਾਹੇ ਪਾ ਪਾ ਕੇ ਘੜੀਸ ਘੜੀਸ ਕੇ ਲੈ ਕੇ ਜਾ ਰਹੇ ਹਨ। ਤਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ, ਜੇ ਤਿਸ ਪਾਵੈ ਦੇ ਵਡਿਆਈ, ਜੇ ਪਾਵੈ ਦੇ ਸਜਾਏ। ਅੱਜ ਆਪਣੇ ਆਪ ਨੂੰ ਜਿਹੜਾ ਬਹੁਤ ਸੋਹਣਾ ਕਹਿੰਦੀਆਂ ਸੀ ਤੇ ਬੜਾ ਸਾਡੇ ਕੋਲ ਮਾਲ ਹੈ, ਧਨ ਬਹੁਤ ਹੈ, ਇਹ ਦੋਨੋਂ ਚੀਜ਼ਾਂ ਇਹਨਾਂ ਦੇ ਵੈਰੀ ਬਣ ਗਏ, ਦੁਸ਼ਮਣ ਬਣ ਗਏ, ਇਹ ਵੈਰੀ ਹੋ ਗਏ। ਜਿਹਨੇ ਰੱਖੀ ਰੰਗ ਲਾ, ਜਿਨ੍ਹਾਂ ਦੇ ਨਾਲ ਇਹਨਾਂ ਨੇ ਬਹੁਤ ਮੋਹ ਪਾਇਆ ਹੋਇਆ ਸੀ, ਆਪਣੇ ਜੋਬਨ ਦੇ ਉੱਤੇ, ਆਪਣੇ ਹੁਸਨ ਦੇ ਉੱਤੇ ਇਹਨਾਂ ਨੂੰ ਬਹੁਤ ਮਾਣ ਸੀ, ਬੜਾ ਹੰਕਾਰ ਸੀ ਕਿ ਸਾਡੇ ਵਰਗਾ ਦੁਨੀਆ ਦੇ ਉੱਤੇ ਕੋਈ ਨਹੀਂ, ਸਾਡੇ ਵਰਗਾ ਅਮੀਰ ਵੀ ਦੁਨੀਆ ਤੇ ਕੋਈ ਨਹੀਂ। ਇਹ ਹੁਣ ਦੋਨੋਂ ਵੈਰੀ ਹੋ ਗਏ। ਉਹਨਾਂ ਨੇ ਜਿਹੜੀਆਂ ਇਸ ਆਪਣੇ ਆਪ ਨੂੰ ਸੋਹਣੀਆਂ ਖੋਨੀਆਂ ਸਨ, ਇਹਨਾਂ ਨੂੰ ਜਿੱਦਾਂ ਕਹਿੰਦੇ ਨੇ ਵੀ ਗਜਨੀ ਨੇ ਟਕੇ ਟਕੇ ਨੂੰ ਵੇਚੀਆਂ, ਇਸੇ ਤਰ੍ਹਾਂ ਫਿਰ ਇਹ ਬਾਬਰ ਇਹਨਾਂ ਨੂੰ ਲੈ ਕੇ ਜਾ ਰਿਹਾ ਇੱਥੋਂ। ਇਹ ਜਿਹੜਾ ਇਹਨਾਂ ਦਾ ਰੰਗ ਰੂਪ ਸੀ, ਧਨ ਸੀ, ਉਸ ਵੱਡੇ ਵੈਰੀ ਇਹਨਾਂ ਦੇ ਬਣ ਗਏ, ਗਲਾਂ ਦੇ ਵਿੱਚ ਫਾਹੀਆਂ ਪਵਾ ਦਿੱਤੀਆਂ। ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਬਾਬਰ ਨੇ ਆਪਣੇ ਦੂਤਾਂ ਨੂੰ, ਦੂਤ ਕਹਿੰਦੇ ਨੇ ਸਿਪਾਹੀਆਂ ਨੂੰ ਆਖਿਆ ਇਹਨਾਂ ਨੂੰ ਫੜ ਲਓ, ਫੜ ਕੇ ਇਹਨਾਂ ਦੀਆਂ ਮੁਸ਼ਕਾਂ ਬੰਨ ਲਵੋ, ਹੱਥ ਬੰਨ ਲਵੋ, ਗਲ ਦੇ ਵਿੱਚ ਫਾਹੀਆਂ ਪਾ ਲਵੋ ਤੇ ਇਹਨਾਂ ਦੀ ਇੱਜ਼ਤ ਗਵਾ ਦਿਓ। ਇੱਜ਼ਤ ਗਵਾ ਕੇ ਇਹਨਾਂ ਨੂੰ ਲੈ ਕੇ ਤੁਰ ਪਵੋ। ਪਰ ਜੇ ਤਿਸ ਭਾਵੇ ਦੇ ਵਡਿਆਈ, ਜੇ ਭਾਵੇ ਦੇ, ਜਦੋਂ ਬਾਬਰ ਨੂੰ ਕਿ ਕੋਈ ਕਿਸੇ ਤੇ ਤਰਸ ਆ ਜਾਂਦਾ ਸੀ, ਉਸ ਨੂੰ ਛੱਡ ਵੀ ਦਿੰਦਾ ਹੁੰਦਾ ਸੀ, ਤੇ ਜਿਹਦੇ ਉੱਤੇ ਉਹਨੂੰ ਕ੍ਰੋਧ ਆ ਜਾਂਦਾ ਸੀ, ਉਹਨੂੰ ਵੱਡੀ ਤੋਂ ਵੱਡੀ ਸਜ਼ਾ ਦਿੰਦਾ ਸੀ। ਸੋ ਇਸ ਕਰਕੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋ ਬਾਬਰ ਦਾ ਹੁਣ ਹੁਕਮ ਚੱਲ ਰਿਹਾ, ਜੇ ਬਾਬਰ ਨੂੰ ਕੋਈ ਗਰੀਬ ਦਿਸਣ ਲੱਗ ਪਿਆ ਜਾਂ ਜਿਹਦੇ ਉੱਤੇ ਉਹ ਮਿਹਰਬਾਨ ਹੋ ਗਿਆ, ਉਸ ਨੂੰ ਉਹ ਛੱਡ ਦਿੰਦਾ ਸੀ, ਤੇ ਜਿਹਦੇ ਉੱਤੇ ਉਹ ਕ੍ਰੋਧ ਆ ਜਾਂਦੇ ਸੀ, ਉਹਨੂੰ ਵੱਡੀ ਤੋਂ ਵੱਡੀ ਸਜ਼ਾ ਦਿੰਦਾ ਸੀ। ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੇ ਸਜਾਏ, ਸਾਹਾਂ ਸੁਰਤ ਗਵਾਈਆਂ ਰੰਗ ਤਮਾਸੇ ਚਾਏ। ਗੁਰੂ ਜੀ ਕਹਿੰਦੇ ਨੇ ਵੀ ਇਹ ਜਿਹੜੇ ਸਾਧੂ ਜਨਾਂ ਨੂੰ ਇਹ ਗੱਲ ਸੁਣਾ ਰਹੇ, ਭਾਈ ਲਾਲੋ ਜੀ ਨੂੰ ਸੁਣਾ ਰਹੇ ਨੇ, ਕਹਿੰਦੇ ਦੇਖੋ ਭਾਈ, ਜੇ ਕਿਤੇ ਪਹਿਲਾਂ ਹੀ ਇਹਨਾਂ ਦੇ ਅੰਦਰ ਰੱਬ ਦਾ ਡਰ ਹੁੰਦਾ ਨਾ, ਤੇ ਵੀ ਆਹ ਸਮਾਂ ਇਹਨਾਂ ਨੂੰ ਨਹੀਂ ਸੀ ਆਉਣਾ, ਇਹਨਾਂ ਦੇ ਉੱਤੇ ਆਹ ਸਜ਼ਾਵਾਂ ਨਹੀਂ ਸੀ ਇਹਨਾਂ ਨੂੰ ਮਿਲਣੀਆਂ। ਇਹ ਸਜ਼ਾਵਾਂ ਤਾਂ ਹੀ ਮਿਲੀਆਂ ਕਿਉਂਕਿ ਰੱਬ ਤੋਂ ਟੁੱਟੀਆਂ ਹੋਈਆਂ ਨੇ। ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸੇ ਚਾਏ, ਕਹਿੰਦੇ ਇਹ ਰੰਗ ਤਮਾਸ਼ਿਆਂ ਦੇ ਵਿੱਚ ਲੱਗ ਕੇ, ਪਠਾਨਾਂ ਦੀਆਂ ਪਠਾਨਣੀਆਂ ਬਣ ਕੇ, ਸ਼ੀਣੀਆਂ ਬਣ ਕੇ ਇਹਨਾਂ ਨੇ ਬਹੁਤ ਖਰਾਬ ਔਰ ਬਹੁਤ ਮਤ ਨੂੰ ਭੈੜੀ ਬਣਾ ਲਿਆ। ਇਸ ਕਾਰਨ ਕਰਕੇ ਰੰਗ ਤਮਾਸ਼ੇ ਦੇ ਵਿੱਚ ਹੀ ਇਹ ਆਪਣਾ ਸਮਾਂ ਜਾਈ ਗਵਾਈ ਜਾ ਰਹੀਆਂ ਸਨ। ਪਰਮਾਤਮਾ ਇਹਨਾਂ ਨੂੰ ਚੇਤੇ ਨਹੀਂ ਆਇਆ। ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ। ਹੁਣ ਬਾਬਰ ਦੀ ਜਿਹੜੀ ਬਾਣੀ ਸੀ, ਬਾਬਰ ਦੀ ਜਿਹੜੀ ਆਗਿਆ, ਬਾਣੀ ਦਾ ਮਤਲਬ ਹੋ ਗਿਆ ਆਗਿਆ, ਜੋ ਬਾਬਰ ਦਾ ਹੁਕਮ ਸੀ ਉਹ ਸਾਰੇ ਇਮਨਾਬਾਦ ਦੇ ਵਿੱਚ ਸੁਣਾ ਦਿੱਤਾ ਗਿਆ, ਕੋਈ ਬੱਚਾ ਬੱਚੀ ਰੋਟੀ ਨਾ ਖਾਵੇ। ਤੇ ਜਿਸ ਵੇਲੇ ਬਾਬਰ ਨੇ ਇਹ ਹੁਕਮ ਕੀਤਾ ਭਾਈ, ਤੇ ਕਿਸੇ ਨੂੰ ਰੋਟੀ ਵੀ ਨਸੀਬ ਨਹੀਂ ਹੋਈ। ਇੱਕ ਨਾ ਵਕਤ ਖਵਾਈਐ, ਇੱਕ ਨਾ ਪੂਜਾ ਜਾਏ, ਚੌਂਕੇ ਵਿਣ ਹੰਦਵਾਣੀਆਂ, ਕਿਉਂ ਟਿੱਕੇ ਕੱਢੈ ਨਾਏ। ਇੱਕ ਨਾ ਵਕਤ ਖਵਾਈਐ, ਕਹਿੰਦੇ ਜਿਹੜੇ ਮੁਸਲਮਾਨ ਸਨ ਉਹਨਾਂ ਦਾ ਨਮਾਜ਼ਾਂ ਦਾ ਟਾਈਮ ਨਿਕਲ ਗਿਆ, ਖਤਮ ਹੋ ਗਿਆ, ਉਹ ਵੀ ਨਮਾਜ਼ ਸਮੇਂ ਸਿਰ ਨਹੀਂ ਪੜ੍ਹ ਸਕੇ। ਇੱਕ ਨਾ ਪੂਜਾ ਜਾਏ, ਜਿਹੜੇ ਬ੍ਰਾਹਮਣ ਸਨ ਉੱਥੇ, ਉਹਨਾਂ ਦਾ ਪੂਜਾ ਦਾ ਸਮਾਂ ਜਿਹੜਾ ਸੀ ਉਹ ਵੀ ਨਿਕਲ ਗਿਆ। ਉਹ ਉਸ ਕਾਰਨ ਕਰਕੇ ਇਹਨਾਂ ਸਾਰਿਆਂ ਨੂੰ ਇਹ ਗੁਲਾਮ ਬਣਾ ਕੇ ਬੈਠਾ ਹੋਇਆ ਸੀ ਬਾਬਰ ਦੇ ਦੂਤ ਜਿਹੜੇ ਸਨ। ਚੌਕੇ ਵਿਣ ਹੰਦਵਾਣੀਆਂ, ਕਿਉਂ ਟਿੱਕੇ ਕੱਢੇ ਨਾਏ। ਇਹ ਜਿਹੜੀਆਂ ਹੰਦਵਾਣੀਆਂ ਸਨ, ਜਿਹੜੀਆਂ ਬਿਨਾਂ ਪੁੱਛੇ ਤੋਂ ਹੀ ਚੌਂਕੇ ਤੇ ਚਲੇ ਜਾਂਦੀਆਂ ਸਨ, ਹੁਣ ਇਹਨਾਂ ਨੂੰ ਚੌਂਕੇ ਦੇ ਵਿੱਚ ਵੀ ਜਾਣਾ ਨਸੀਬ ਨਹੀਂ ਹੋ ਰਿਹਾ। ਇਹਨਾਂ ਨੂੰ ਬਾਹੋਂ ਫੜ ਕੇ ਚੌਂਕਿਆਂ ਦੇ ਵਿੱਚੋਂ ਬਾਹਰ ਕੱਢ ਦਿੱਤਾ। ਤੇ ਜਿਹੜੇ ਬ੍ਰਾਹਮਣ ਸਨ, ਵੱਡੇ ਵੱਡੇ ਟਿੱਕੇ ਮੱਥੇ ਦੇ ਉੱਤੇ ਲਾਇਆ ਕਰਦੇ ਸਨ, ਉਹਨਾਂ ਸਾਰਿਆਂ ਨੂੰ
ਫੜ ਕੇ ਬਾਬਰ ਨੇ ਆਪਣੇ ਗੁਲਾਮ ਬਣਾ ਲਿਆ। ਰਾਮ ਨ ਕਬਹੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ। ਜਿਨ੍ਹਾਂ ਨੇ ਪਹਿਲਾਂ ਪ੍ਰਮਾਤਮਾ ਨੂੰ ਚੇਤੇ ਨਹੀਂ ਸੀ ਕੀਤਾ, ਉਹਨਾਂ ਨੇ ਰਾਮ ਦਾ ਜਾਪ ਹੀ ਨਹੀਂ ਸੀ ਕੀਤਾ, ਕਿਸੇ ਨੇ ਖੁਦਾ ਦੀ ਬੰਦਗੀ ਨਹੀਂ ਸੀ ਕੀਤੀ, ਆਪਣੇ ਜੋਬਨ ਆਪਣੇ ਹੰਕਾਰ ਦੇ ਵਿੱਚ ਸਾਰੇ ਤੁਰੇ ਫਿਰਦੇ ਸਨ। ਹੁਣ ਬੜਾ ਕਰਨ ਰਹੇ ਨੇ, ਰਾਮ 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 ਤੇ ਬੜੇ ਕਰਨ ਰਹੇ ਨੇ, ਅੱਲਾਹੂ ਅੱਲਾਹੂ ਅਕਬਰ ਕਹਿੰਦੇ। ਹੁਣ ਕੋਈ ਉਹਨਾਂ ਦਾ ਫਾਇਦਾ ਨਹੀਂ ਹੋ ਰਿਹਾ ਉਹਨਾਂ ਨੂੰ। ਇੱਕ ਘਰ ਆਵੇ ਆਪਣੇ, ਇੱਕ ਮਿਲ ਮਿਲ ਪੁੱਛੈ ਸੁਖ, ਇੱਕ ਨਾ ਇਹੋ ਲਿਖਿਆ ਬੈ ਬੈ ਰੋਵੇਂ ਦੁੱਖ, ਜੋ ਤਿਸ ਪਾਵੇ ਸੋ ਥੀਏ ਨਾਨਕ ਕਿਆ ਮਨੁੱਖ। ਇੱਕ ਘਰ ਆਵੇ ਆਪਣੇ, ਜਿਨ੍ਹਾਂ ਤੇ ਦਇਆ ਕਰ ਦਿੰਦਾ ਸੀ ਨਾ ਇਹ ਬਾਬਰ, ਉਹਨਾਂ ਨੂੰ ਛੱਡ ਦਿੰਦਾ ਸੀ। ਉਹ ਵੀ ਕੀ ਹੁੰਦੇ ਸੀ, ਆਪਣੇ ਘਰ ਦੇ ਵਿੱਚ ਆਉਂਦੇ ਸਨ, ਮੁੜ ਕੇ ਘਰ ਨੂੰ ਆਉਂਦੇ ਨੇ ਤੇ ਉਹਨਾਂ ਨੂੰ ਮਿਲ ਕੇ ਲੋਕ ਰਾਹ ਦੇ ਵਿੱਚ ਆਉਂਦਿਆਂ ਨੂੰ ਪੁੱਛਦੇ ਸਨ ਵੀ ਕਿੰਨੀਆਂ ਕੁ ਸਜ਼ਾਵਾਂ, ਕਿੱਦਾਂ ਦੁੱਖ ਦਿੱਤੇ ਜਾਂਦੇ ਨੇ, ਤੇ ਉਹ ਦੱਸ ਰਹੇ ਨੇ ਵੀ ਸਾਡੇ ਨਾਲ ਕੀ ਹੋਇਆ। ਇੱਕ ਮਿਲ ਮਿਲ ਪੁੱਛੇ ਸੁੱਖ। ਫਿਰ ਉਹਨਾਂ ਤੋਂ ਉਹ ਸਾਰਿਆਂ ਦੇ ਕੋਲੋਂ ਆਪ ਵੀ ਤੁਰੇ ਆਉਂਦੇ ਸੁੱਖ ਸ਼ਾਂਤ ਪੁੱਛਦੇ ਨੇ ਕਿ ਏਮਨਾਬਾਦ ਇਸ ਵੇਲੇ ਕਿਸ ਤਰ੍ਹਾਂ ਹੈ, ਉਹ ਜਿਹੜੇ ਏਮਨਾਬਾਦ ਦੇ ਲੋਕ ਨੇ ਉਹ ਕਿਸ ਤਰ੍ਹਾਂ ਨੇ, ਉਹਨਾਂ ਦੀ ਸੁੱਖ ਸ਼ਾਂਤ ਪੁੱਛਦੇ ਨੇ। ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ, ਤੇ ਇੱਕ ਜਿਹੜੇ ਸਨ ਜਿਨ੍ਹਾਂ ਨੂੰ ਰੱਸਿਆਂ ਦੇ ਨਾਲ ਫਾਹੀਆਂ ਦੇ ਨਾਲ ਬੰਨ੍ਹ ਕੇ ਰੱਖਿਆ ਹੋਇਆ ਸਨ, ਉਹ ਫਿਰ ਕੀ ਸੀ, ਉਹ ਘਰ ਨਹੀਂ ਆ ਸਕਦੇ ਸਨ। ਤਾਂ ਉਹ ਜਿੱਥੇ ਵੀ ਬੈਠੇ ਨੇ ਗੁਲਾਮ ਬਣ ਕੇ, ਉੱਥੇ ਬਹਿ ਬਹਿ ਕੇ ਰੋਈ ਜਾਂਦੇ ਨੇ ਤੇ ਉਹਨਾਂ ਨੂੰ ਭਾਰੀ ਦੁੱਖ ਨਸੀਬ ਹੋ ਰਿਹਾ। ਕਾਰਨ ਕੀ, ਉਹਨਾਂ ਨੇ ਪਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ। ਜੋ ਤਿਸ ਭਾਵੇ ਸੋ ਥੀਏ ਨਾਨਕ ਕਿਆ ਮਨੁੱਖ। ਨਿਰੰਕਾਰ ਜੀ ਕਹਿੰਦੇ ਨੇ ਖਿਆਲ ਕਰਿਓ ਸੰਸਾਰ ਦੇ ਜੀਵੋ, ਜੇ ਤੁਸੀਂ ਮਾੜੇ ਕਰਮ ਕਰੋਗੇ ਮਾੜੀਆਂ ਸਜ਼ਾਵਾਂ ਤੁਹਾਨੂੰ ਜ਼ਰੂਰ ਮਿਲਣਗੀਆਂ, ਚੰਗੇ ਕਰਮ ਕਰੋਗੇ ਤੁਹਾਨੂੰ ਨਿਜ ਘਰ ਦੇ ਵਿੱਚ ਅਸਥਾਨ ਜ਼ਰੂਰ ਪ੍ਰਾਪਤ ਹੋਏਗਾ। ਨਿਰੰਕਾਰ ਜੀ ਕਹਿੰਦੇ ਨੇ ਇਹ ਅਕਾਲ ਪੁਰਖ ਦਾ ਇੱਕ ਖੇਡ ਆ। ਕਹਿੰਦੇ ਵੀ ਜਿਹੜਾ ਉਸ ਅਕਾਲ ਪੁਰਖ ਨੂੰ ਚੰਗਾ ਲੱਗਦਾ ਉਹੀ ਹੁੰਦਾ। ਜੇ ਤੁਸੀਂ ਇੱਥੇ ਸਾਧੂ ਸੰਤਾਂ ਨੂੰ ਗਾਲਾਂ ਤੇ ਧੱਕੇ ਮਾਰੋਗੇ ਤਾਂ ਫਿਰ ਤੁਹਾਨੂੰ ਵੀ ਧੱਕੇ ਹੀ ਵੱਜਣੇ ਨੇ, ਤੇ ਜੇ ਤੁਸੀਂ ਸਾਧੂ ਸੰਤਾਂ ਦੇ ਸਤਿਗੁਰ ਦੇ ਬਖਸ਼ਿਆ ਦੀ ਸੇਵਾ ਕਰੋਗੇ ਤੇ ਦਰਗਾਹ ਦੇ ਵਿੱਚ ਤੁਹਾਡੇ ਵਾਸਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਦਰਵਾਜ਼ੇ ਖੋਲ ਕੇ ਬੈਠੇ ਹੋਣਗੇ। ਪਰ ਆਦਮੀ ਦੇ ਹੱਥ ਦੇ ਵਿੱਚ ਕੁਝ ਨਹੀਂ ਹੈ। ਆਦਮੀ ਤਾਂ ਜੋ ਜੀਵ ਹੈ ਸੰਸਾਰ ਦਾ, ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਆਣ ਕੇ ਅਰਦਾਸਾਂ ਹੀ ਕਰੇ, ਹੇ ਮੇਰੇ ਮਾਲਕਾ ਮੈਨੂੰ ਇਸ ਭਿਆਨਕ ਸਮੇਂ ਤੋਂ ਬਚਾ ਕੇ ਰੱਖ ਲਾ, ਇੰਨੀ ਸੇਵਾ ਪ੍ਰਵਾਨ ਕਰਿਓ। ਗਾਂ ਵੀ ਬਾਣੀ ਇਸੇ ਰੂਪ ਦੇ ਵਿੱਚ ਹੀ ਚੱਲਣੀ ਹੈ। ਉਹ ਨਿਰੰਕਾਰ ਜੀ ਜਦੋਂ ਹੁਕਮ ਕਰਨਗੇ ਆਪ ਜੀ ਦੇ ਚਰਨਾਂ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਨਿਰੰਕਾਰ ਦੇ ਚਰਨਾਂ 'ਚ ਅਰਦਾਸ ਕਰਨੀ। ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਵਾਹਿਗੁਰੂ ਨਿਰੰਕਾਰ ਜੀ ਆਪ ਜੀ ਦੀ ਸੇਵਾ ਦੇ ਲਾਇਕ ਬਣਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।